खबर लोहागे सिद्ध कोने
दियां यारियां वारियां ने जाना हस हस के ताही कैम रहियां सरदारियां वारियां ने जाना हस हस के ताही कैम रहियां सरदारियां। पुत दा कलेजा भावें मुख विच पै गया सी पर यह सिदक निभाउणा जानदा पर यह सिदक निभाउणा जानदा पर यह सिदक निभाउणा जानदा। लाल भावें नेजे उत्ते टंग दित्ते जालमां ने भाणे विच चौंकड़ा हिलाउणा जानदा भाणे विच चौंकड़ा हिलाउणा जानदा भाणे विच चौंकड़ा हिलाउणा जानदा। मनदा नीन किसे पापी दी भावें जान खल्लां भी उतारियां मनदा नीन किसे पापी दी भावें जान खल्लां भी उतारियां वारियां ने जाना हस हस के ताही कैम रहियां सरदारियां वारियां ने जाना हस हस के ताही कैम रहियां सरदारियां। ओ खालसे दा वखरा है किरदार जग नालों ताइयों है सुणाउंदी तार रणजीत दी ताइयों है सुणाउंदी तार रणजीत दी ताइयों है सुणाउंदी तार रणजीत दी। ओ खून नाल लिखिया है इतिहास खालसे दा गौंदी जोड़दी बेअर्पण फरीद दी गौंदी जोड़ी दी बेअर्पण फरीद दी गौंदी जोड़ी दी बेअर्पण फरीद दी। ओ पारसा सुनामी विच संगतां गल्लां गड़ गज जो उचारियां पारसा सुनामी विच संगतां गल्लां गड़ गज जो उचारियां वारियां ने जाना हस हस के ताही कैम रहियां सरदारियां वारियां ने जाना हस हस के ताही कैम रहियां सरदारियां वारियां ने जाना हस हस के ताही कैम रहियां सरदारियां। ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਦੇ ਓਟਿਆਂ ਦੀ ਓਟ ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਅੰਦਰ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਦੇਵਤਿਆਂ ਵਾਂਗਰਾਂ ਸਮਾਧੀਆਂ ਲਗਾ ਕੇ ਬੈਠੇ ਸਤਿਕਾਰਯੋਗ ਸਾਧ ਸੰਗਤ ਵੱਡੇ ਭਾਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਰਸਾਈ ਹੋਈ ਪਵਿੱਤਰ ਧਰਤੀ ਨਾਨਕਪੁਰੀ ਟਾਂਡਾ ਸਾਹਿਬ ਜੀ ਦੀ ਇਸ ਮੁਕੱਦਸ ਦਹਿਲੀਜ਼ ਨੂੰ ਨਤਮਸਤਕ ਹੋਣ ਵਾਸਤੇ ਔਰ ਦਰਸ਼ਨ ਇਸ਼ਨਾਨ ਕਰਦਿਆਂ ਮੱਸਿਆ ਦੇ ਸ਼ੁਭ ਦਿਹਾੜੇ ਉੱਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਹਾਜ਼ਰੀਆਂ ਭਰਦਿਆਂ ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਧੰਨਤਾ ਦੇ ਯੋਗ ਹੈ। ਜਿਤਨੇ ਵੀ ਮਾਈ ਭਾਈ ਚੌਂਕੜੇ ਮਾਰ ਕੇ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜੇ ਬੈਠੇ ਹੈ ਵੱਡੇ ਭਾਗ ਹੋਣ ਤੇ ਸਤ ਸੰਗਤ ਪ੍ਰਾਪਤ ਹੁੰਦੀ ਹੈ ਤੇ ਬਿਨਾਂ ਸੰਗਤ ਤੋਂ ਹਿਰਦੇ ਉੱਤੇ ਲੱਗੀ ਹੋਈ ਵਿਕਾਰਾਂ ਦੀ ਮੈਲ ਉਹ ਦੂਰ ਨਹੀਂ ਹੋ ਸਕਦੀ। ਸਤਿਗੁਰਾਂ ਨੇ ਤੁਹਾਡੇ ਉੱਤੇ ਤਰਸ ਕੀਤਾ। ਮੈਂ ਬੇਨਤੀ ਕਈ ਵਾਰੀ ਕਰਦਾ ਹੁੰਦਾ ਤੁਸੀਂ ਆਪ ਨਹੀਂ ਆਏ ਤੁਸੀਂ ਆਪ ਨਹੀਂ ਆਏ ਕੋਈ ਬੰਦਾ ਆਪਣੀ ਮਰਜ਼ੀ ਨਾਲ ਆ ਹੀ ਨਹੀਂ ਸਕਦਾ। ਮਹਾਰਾਜ ਨੇ ਤੁਹਾਨੂੰ ਆਵਾਜ਼ ਮਾਰੀ ਹੈ ਕਿ ਮੈਂ ਆਪਣੇ ਧੀਆਂ ਤੇ ਪੁੱਤਰਾਂ ਦਾ ਭਲਾ ਕਰਨਾ। ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ ਉਹ ਬਹਿ ਗਏ ਪਾਤਸ਼ਾਹ ਦੀ ਗੋਦ ਅੰਦਰ। ਜਿੰਨਾ ਚਿਰ ਭਾਗ ਚੰਗੇ ਨਹੀਂ ਜਿੰਨਾ ਚਿਰ ਮਨੁੱਖ ਦੀ ਕਿਸਮਤ ਨਹੀਂ ਜਾਗੀ ਉਹਨਾਂ ਚਿਰ ਉਹ ਗੁਰੂ ਦੀ ਗੋਦ ਵਿੱਚ ਨਹੀਂ ਬਹਿ ਸਕਦਾ। ਇਹ ਗੱਲ ਮੈਂ ਵਿਸ਼ਵਾਸ ਨਾਲ ਕਹਿ ਸਕਦਾ। ਕਈ ਵਾਰੀ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਕੰਧ ਸਾਂਝੀ ਹੋਵੇ ਤੇ ਜਿੰਨਾ ਚਿਰ ਮਹਾਰਾਜ ਨੇ ਆਪ ਕਿਰਪਾ ਨਹੀਂ ਕੀਤੀ
ਮਨੁੱਖ ਉਹਨਾਂ ਚਿਰ ਗੁਰੂ ਘਰ ਵਿੱਚ ਆਣ ਕੇ ਬਹਿ ਹੀ ਨਹੀਂ ਸਕਦਾ। ਤੇ ਜੇ ਸਤਿਗੁਰਾਂ ਦੀ ਕਿਰਪਾ ਹੋਵੇ ਤੇ ਕਈ ਮੀਲਾਂ ਤੋਂ ਵੀ ਅਸੀਂ ਸਫ਼ਰ ਤੈਅ ਕਰਕੇ ਪਾਤਸ਼ਾਹ ਦੀਆਂ ਖੁਸ਼ੀਆਂ ਝੋਲੀ ਵਿੱਚ ਪਵਾਉਣ ਵਾਸਤੇ ਇਹੋ ਜਿਹੇ ਮਹਾਨ ਪਵਿੱਤਰ ਸਥਾਨਾਂ ਉੱਤੇ ਪਹੁੰਚਦੇ ਹਾਂ। ਸੋ ਆਓ ਕਿਰਪਾ ਕਰੋ, ਜਿਹੜੇ ਮੇਰੇ ਵੀਰ ਪਿੱਛੇ ਖੜੇ ਆ, ਮੈਂ ਬੇਨਤੀ ਕਰਾਂਗਾ ਮੇਰੇ ਵੀਰ ਬਹਿ ਜਾਓ। ਮਹਾਰਾਜ ਜੀ ਕਿਰਪਾ ਕਰਨ। ਕਈ ਵਾਰੀ ਆਪਾਂ ਥੋੜਾ ਸੰਗ ਦੇ ਬਾਹਰ ਖਲੋ ਜਾਂਦੇ ਆ, ਤੇ ਜੇ ਕੋਈ ਆਉਂਦਾ ਵੀ ਆ ਤੂੰ ਮੱਥਾ ਟੇਕ ਕੇ ਬਹੁਤਾ ਪਿੱਛੇ ਜਾ ਕੇ ਬਹਿੰਦਾ। ਕੋਸ਼ਿਸ਼ ਇਹ ਕਰਿਆ ਕਰੋ ਵੀ ਨੇੜੇ ਹੋ ਕੇ ਬੈਠਿਆ ਕਰੀਏ ਮਹਾਰਾਜ ਦੇ ਚਰਨਾਂ ਵਿੱਚ। ਸੋ ਆਓ ਇੱਕੇ ਵਾਰ ਸਾਰੀ ਸੰਗਤ ਦੋਵੇਂ ਹੱਥ ਜੋੜੋ, ਸੀਸ ਝੁਕਾਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਹਾਡੀ ਵੀ ਹਾਜ਼ਰੀ ਲੱਗ ਜਾਏ ਤੇ ਸਾਡੀ ਵੀ ਹਾਜ਼ਰੀ ਲੱਗ ਜਾਏ। ਗੱਜ ਕੇ ਚੜ੍ਹਦੀ ਕਲਾ ਵਿੱਚ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਜੀਓ ਆਇਆ, ਧੰਨਵਾਦ ਕਰਦਾ। ਸੰਗਤ ਵਿੱਚ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਕਾਰ ਸੇਵਾ ਦੇ ਪੁੰਜ ਸ਼੍ਰੀਮਾਨ ਸੰਤ ਬਾਬਾ ਬਚਨ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਵੱਡੇ ਮਹਾਂਪੁਰਖਾਂ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਔਰ ਅੱਜ ਤੱਕ ਮਹਾਨ ਸੇਵਾਵਾਂ ਨਿਭਾਉਂਦਿਆਂ ਬਹੁਤ ਵੱਡੇ ਕਾਰਜ ਕੀਤੇ ਆ। ਰਸਨਾ ਵਿੱਚ ਇੰਨੀ ਤਾਕਤ ਨਹੀਂ ਕਿ ਮੈਂ ਉਹਨਾਂ ਦੀ ਕੋਈ ਸਿਫਤ ਵਡਿਆਈ ਕਰ ਸਕਾਂ। ਇੱਕ ਸੋਸ਼ਲ ਮੀਡੀਆ ਉੱਤੇ ਕਈ ਦਿਨਾਂ ਤੋਂ ਖਬਰ ਬੜੀ ਘੁੰਮ ਰਹੀ ਹੈ ਕਿ 101 ਬੈੱਡ ਤਿਆਰ ਕਰਕੇ ਦਿੱਲੀ ਦੀ ਧਰਤੀ ਅੰਦਰ ਜਿਹੜਾ ਡਾਇਲਸਿਸ ਕਰਨ ਵਾਸਤੇ ਹਸਪੀਟਲ ਤਿਆਰ ਕੀਤਾ ਹੈ। ਸਿਰ ਝੁਕਦਾ ਐਸੀਆਂ ਮਹਾਨ ਰੂਹਾਂ ਨੂੰ, ਇਹਨਾਂ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣ ਨੂੰ ਜੀ ਕਰਦਾ ਹੈ, ਜਿਨ੍ਹਾਂ ਨੇ ਸੰਗਤ ਦੇ ਭਲੇ ਵਾਸਤੇ ਕੋਈ ਵੀ ਧਰਮ ਹੋਵੇ, ਧਿਆਨ ਨਾਲ ਸੁਣਿਓ, ਕੱਲਾ ਸਿੱਖ ਨਹੀਂ, ਭਾਵੇਂ ਮੁਸਲਮਾਨ ਹੈ, ਈਸਾਈ ਹੈ, ਹਿੰਦੂ ਹੈ, ਜੈਨੀ ਹੈ, ਬੋਧੀ ਹੈ, ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ, ਜਿਹੜਾ ਮਨੁੱਖ ਹੈ, ਗੱਲ ਮਨੁੱਖਤਾ ਦੇ ਭਲੇ ਦੀ ਕੀਤੀ ਹੈ, ਕਿਸੇ ਧਰਮ ਨਾਲ ਵੀ ਰਿਲੇਟਡ ਹੋਵੇ, ਜੇ ਕਿਤੇ ਰੱਬ ਨਾ ਕਰੇ ਉਹਨੂੰ ਲੋੜ ਪੈ ਜਾਵੇ, ਵੈਸੇ ਤੇ ਸਾਰਿਆਂ ਉੱਤੇ ਵਾਹਿਗੁਰੂ ਨਜ਼ਰੇ ਰਹਿਮਤ ਰੱਖਣ, ਤੰਦਰੁਸਤੀ ਹੋਵੇ, ਪਰ ਜੇ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਲੋੜ ਪੈ ਜਾਂਦੀ ਹੈ ਤੇ ਮਹਾਂਪੁਰਖਾਂ ਨੇ ਐਸੀਆਂ ਸੇਵਾਵਾਂ ਕਰ ਦਿੱਤੀਆਂ ਥੋੜੇ ਦਿਨਾਂ ਤੋਂ ਕਿ ਉਸ ਹਸਪੀਟਲ ਵਿੱਚ ਪਹੁੰਚ ਜਾਏ ਮਰੀਜ਼, 1 ਰੁਪਈਆ ਵੀ ਦਾ ਖਰਚਾ ਨਹੀਂ ਲੱਗੇਗਾ, ਉਹ ਦਿਨੇ ਰਾਤ ਆਪਣਾ ਇਲਾਜ ਕਰਵਾ ਕੇ ਤੰਦਰੁਸਤ ਹੋ ਕੇ ਆ ਸਕਦਾ। ਇਹ ਬਹੁਤ ਵੱਡੀ ਮਨੁੱਖਤਾ ਦੇ ਭਲੇ ਵਾਲੀ ਇਹਨਾਂ ਨੇ ਕਮਾਈ ਕੀਤੀ ਹੈ। ਮਹਾਂਪੁਰਖਾਂ ਨੇ ਉਦਮ ਕੀਤਾ, ਉਪਰਾਲਾ ਕੀਤਾ। ਅਸੀਂ ਆਪਣੇ ਪਰਿਵਾਰ ਲਈ ਕਰਦੇ ਹਾਂ, ਮਹਾਂਪੁਰਖਾਂ ਸੰਸਾਰ ਵਾਸਤੇ ਕੀਤਾ। ਆਹ ਦੁਨੀਆ ਦੇ ਲੋਕ ਆਪਣੇ ਕਾਰੋਬਾਰ ਵਿੱਚ ਉਲਝੇ ਹੋਇਆਂ ਪਰਿਵਾਰ ਨੂੰ ਪਾਲਣ ਵਾਸਤੇ ਬਹੁਤ ਕੁਝ ਕਰਦੇ ਆ, ਪਰ ਮਹਾਂਪੁਰਖਾਂ ਨੇ ਆਪਣੇ ਧੀਆਂ ਪੁੱਤਾਂ ਲਈ ਨਹੀਂ, ਆਪਣੇ ਪਰਿਵਾਰ ਵਾਸਤੇ ਨਹੀਂ, ਸੰਸਾਰ ਦੇ ਭਲੇ ਵਾਸਤੇ ਵੱਡੀਆਂ ਵੱਡੀਆਂ ਸੇਵਾਵਾਂ ਕੀਤੀਆਂ। ਉਸ ਹਸਪੀਟਲ ਵਿੱਚ ਕੈਸ਼ ਕਾਊਂਟਰ ਨਹੀਂ ਬਣਾਇਆ, ਤੁਸੀਂ ਹੈਰਾਨ ਹੋ ਜਾਓਗੇ, ਉਸ ਹਸਪੀਟਲ ਵਿੱਚ ਕੋਈ ਕੈਸ਼ ਕਾਊਂਟਰ ਨਹੀਂ ਹੈਗਾ, ਕੇਵਲ ਤੇ ਕੇਵਲ ਡਾਕਟਰ ਇਲਾਜ ਕਰਨਗੇ, ਬੈੱਡ ਹੋਣਗੇ, ਮਸ਼ੀਨਾਂ ਹੋਣਗੀਆਂ ਜਿਨ੍ਹਾਂ ਉੱਤੇ ਕਰੋੜਾਂ ਰੁਪਈਆ ਖਰਚਾ ਹੈ। ਤੇ ਮਹਾਰਾਜ ਜੀ ਕਿਰਪਾ ਕਰਨ। ਆਓ ਉਹਨਾਂ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਲਈ ਇੱਕ ਜਕਾਰਾ ਰਣਜੀਤ ਸਿੰਘ ਲਾਵੇਗਾ, ਉਸਾਂ ਸਾਰਿਆਂ ਨੇ ਗੱਜ ਕੇ ਜਕਾਰਾ ਲਾਉਣਾ। ਪਿਛਲੇ ਦਿਨੀ ਸਮਾਂ ਕੁਝ ਐਸਾ ਸੀ, ਢਿੱਲ ਮੱਠ ਦੁਨੀਆ ਦੀ ਆਪਣੇ ਸਿਰ ਤੇ ਵੀ ਝੱਲ ਲਈ, ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬਿਲਕੁਲ ਸੰਗਤ ਵਿੱਚ ਚੜ੍ਹਦੀ ਕਲਾ ਨਾਲ ਬੈਠੇ ਹੈ। ਮਹਾਂਪੁਰਖਾਂ ਦੀ ਚੜ੍ਹਦੀ ਕਲਾ ਵਾਸਤੇ, ਬਾਬਾ ਬਚਨ ਸਿੰਘ ਸਾਹਿਬ ਜੀ ਦੀ ਸਮੁੱਚੀ ਕਾਰ ਸੇਵਾ ਸੰਪਰਦਾ ਦੀ ਚੜ੍ਹਦੀ ਕਲਾ ਵਾਸਤੇ ਆਓ ਇੱਕ ਗੱਜ ਕੇ ਜਕਾਰਾ ਲਾਈਏ। ਸਾਰੀ ਸੰਗਤ ਕਿਰਪਾ ਕਰੋ, ਚੜ੍ਹਦੀ ਕਲਾ ਦੇ ਵਾਸਤੇ ਰਣਜੀਤ ਸਿੰਘ ਤੁਹਾਨੂੰ ਵੀ ਜੀ ਆਇਆਂ ਕਹਿੰਦੇ ਆ, ਜਕਾਰਾ ਲਾਵੇਗਾ, ਕਿਰਪਾ ਕਰੋ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਮੇਰੇ ਤੋਂ ਪਹਿਲਾਂ ਭਾਈ ਦਲਜੀਤ ਸਿੰਘ ਜੀ ਆਪਣੇ ਕਵੀਸ਼ਰੀ ਜਥੇ ਰਾਹੀਂ ਸੇਵਾ ਕਰਕੇ ਗਏ, ਉਹ ਬਹੁਤ ਸਾਰਾ ਮਾਣ 100 ਦਮੜਾ ਭੇਜ ਕੇ ਗਏ। ਮੈਂ ਧੰਨਵਾਦ ਕਰਦਾ, ਪਾਤਸ਼ਾਹ ਕਿਰਪਾ ਕਰਨ। ਬੀਬੀਆਂ ਭੈਣਾਂ ਵੱਲੋਂ, ਵੀਰਾਂ ਵੱਲੋਂ ਬੇਅੰਤ ਸਤਿਕਾਰ ਹੈ। ਨਗਰ ਡਿੱਬੇ ਤੋਂ ਪਹੁੰਚੇ ਸਾਡੇ ਵੀਰ, ਸਾਡੇ ਭਰਾ, ਜਿਨ੍ਹਾਂ ਨੇ ਹਰ ਸਾਲ ਹੀ ਬਹੁਤ ਵੱਡਾ ਮਾਣ ਸਨਮਾਨ ਆਪਣੇ ਨਗਰ ਵਿੱਚ ਆਪਣੇ ਜਥੇ ਨੂੰ ਮਹਾਨ ਗੁਰਮਤਿ ਸਮਾਗਮ ਉੱਤੇ ਬਖਸ਼ਦੇ ਆ। ਤੇ ਉਹਨਾਂ ਵੀਰਾਂ ਨੇ ਵੀ ਪਹੁੰਚ ਕੇ ਦਰਸ਼ਨ ਦਿਦਾਰੇ ਦਿੱਤੇ। ਸਾਰੇ ਆਪਣੇ ਹੀ ਹੈ, ਸਾਰਿਆਂ ਵੀਰਾਂ ਨੂੰ ਜੀਓ ਆਇਆ। ਆਓ ਇਤਿਹਾਸ ਦੀ ਲੜੀ ਆਰੰਭ ਕਰੀਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹਦਾ ਰਾਜ ਬੜਾ ਵੱਡਾ ਵਿਸ਼ਾਲ ਸੀ, ਭੈਣਾਂ ਵੀ ਚੇਤੇ ਰੱਖਿਓ ਤੇ ਵੀਰ ਵੀ। ਉਹਨੇ ਦਿਲਾਂ ਤੇ ਰਾਜ ਕੀਤਾ, ਨਾ ਉਹਨੇ ਵੋਟ ਰਾਜ ਕੀਤਾ ਤੇ ਨਾ ਨੋਟ ਰਾਜ ਕੀਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ। ਜੇ ਉਹਦੇ ਰਾਜ ਵਿੱਚ
ਕੁੱਤੇ ਦੇ ਗਲ ਵਿੱਚ ਕੈਂਠਾ ਪਾ ਕੇ 7 ਦਿਨ ਲਾਹੌਰ ਦੇ ਬਾਜ਼ਾਰਾਂ ਵਿੱਚ ਛੱਡ ਦਿੱਤਾ ਗਿਆ। ਕਿਸੇ ਬੰਦੇ ਵਿੱਚ ਜੁਰਤ ਨਹੀਂ ਪਈ ਉਹ ਕੁੱਤੇ ਦੇ ਗਲ ਵਿੱਚੋਂ ਕੈਂਠਾ ਲਾ ਲਵੇ। ਤੇ ਦੂਜੇ ਪਾਸੇ ਜਿਹੜਾ ਵੀ ਮੁੱਖ ਮੰਤਰੀ ਬਣਦਾ ਪੰਜਾਬ ਦਾ, ਯੂਪੀ ਦਾ, ਹਰਿਆਣੇ ਦਾ, ਹਿਮਾਚਲ ਦਾ, ਕਿਸੇ ਵੀ ਸਟੇਟ ਦਾ, ਉਹ ਐਲਾਨ ਕਰਦਾ ਮੈਂ ਸ਼ੇਰੇ ਪੰਜਾਬ ਵਰਗਾ ਰਾਜ ਲੈ ਕੇ ਆਉਣਾ। ਸ਼ੇਰੇ ਪੰਜਾਬ ਵਰਗਾ ਨਹੀਂ, ਉਹਦੇ ਰਾਜ ਵਿੱਚ ਤੇ ਕੁੱਤੇ ਦੇ ਗਲ ਵਿੱਚੋਂ ਕੋਈ ਕੈਂਠਾ ਨਹੀਂ ਲਾ ਸਕਿਆ ਸੋਨੇ ਦਾ। ਤੇ ਦੂਜੇ ਪਾਸੇ ਅੱਜ ਦੇ ਰਾਜ ਦੀਆਂ ਗੱਲਾਂ ਕਰੀਏ, ਅੱਜ ਕੋਈ ਕੁੱਤਾ ਹੋਵੇ ਥੋੜਾ ਜਿਹਾ ਨਸਲ ਦਾ, ਉਹਦੇ ਗਲ ਵਿੱਚ ਇੱਕ 100 ਰੁਪਏ ਦਾ ਪਟਾ ਪਾ ਦਿਓ। ਜੇ ਉਹ ਦਰਵਾਜ਼ੇ ਤੋਂ ਕੁੱਤਾ ਭੁਲੇਖੇ ਨਾਲ ਬਾਹਰ ਚਲਿਆ ਜਾਵੇ, ਜੇ ਪਟੇ ਸਮੇਤ ਤੁਹਾਨੂੰ ਕੁੱਤਾ ਲੱਭ ਜੇ, ਮੇਰਾ ਨਾਮ ਵਟਾ ਦਿਓ। ਗੱਲਾਂ ਅਸੀਂ ਕਰਦੇ ਹਾਂ ਵੀ ਸ਼ੇਰੇ ਪੰਜਾਬ ਵਰਗਾ ਰਾਜ ਲੈ ਕੇ ਆਉਣਾ, ਨਹੀਂ ਆਉਣਾ। ਖਾਲਸਾ ਜੀ, ਗਰੀਬਾਂ ਦੇ ਘਰ ਵਿੱਚ ਪੰਡਾ ਸੁੱਟ ਕੇ ਆਉਣ ਵਾਲਾ ਕਾਲ ਪੈ ਗਿਆ, ਆਪਣੇ ਸਿਰ ਤੇ ਪੰਡ ਚੁੱਕੀ, ਬੁੱਢੜੇ ਮੋਚੀ ਦੇ ਘਰ ਵਿੱਚ ਪੰਡ ਸੁੱਟ ਕੇ ਵਾਪਸ ਮੁੜਨ ਲੱਗਾ। ਧਿਆਨ ਦਿਓ। ਤੇ ਬਜ਼ੁਰਗ ਬਾਬੇ ਨੇ ਵੇਖ ਲਿਆ, ਆਖਿਆ ਨੌਜਵਾਨਾ, ਉਹ ਕਿਹੜੀ ਮਾਂ ਹੈ, ਉਹ ਕਿਹੜਾ ਪਿਤਾ ਹੈ ਜਿਹਨੇ ਤੈਨੂੰ ਜਨਮ ਦਿੱਤਾ, ਐਡਾ ਨੇਕ ਪੁੱਤਰ ਪੈਦਾ ਕੀਤਾ ਹੈ, ਜਿਹੜਾ ਆਪਣਾ ਨਾਮ ਤੇ ਦੱਸ ਕੇ ਜਾ। ਸ਼ੇਰੇ ਪੰਜਾਬ ਨੇ ਜਿਹੜਾ ਮੜਾਸਾ ਕੀਤਾ ਸੀ ਸਿਰ ਤੇ, ਉਹ ਚਾਦਰ ਲਾਈ, ਕਲਗੀ ਫਿੱਸੀ ਹੋਈ ਹੈ, ਕਲਗੀ ਟੁੱਟੀ ਹੋਈ ਹੈ। ਬੁੱਢੇ ਦੇ ਦਿਲ ਵਿੱਚ ਹਲਚਲ ਮਚ ਗਈ। ਉਹ ਕਹਿਣ ਲੱਗਾ, ਮਹਾਰਾਜਾ ਸਾਹਿਬ ਤੁਸੀਂ ਗਰੀਬਾਂ ਦੇ ਘਰ ਵਿੱਚ ਦਾਣਿਆਂ ਦੀ ਪੰਡ ਸੁੱਟਣ ਵਾਸਤੇ ਆਏ ਹੋ, ਜੇ ਮੇਰੇ ਘਰ ਵਿੱਚ ਆਉਣਾ ਸੀ ਤੇ ਕਲਗੀ ਲਾ ਲੈਂਦੇ। ਮਹਾਰਾਜਾ ਸਾਹਿਬ ਕਲਗੀ ਫਿਸ ਗਈ ਹੈ, ਟੁੱਟ ਗਈ ਹੈ। ਜਦੋਂ ਇਹ ਗੱਲ ਆਖੀ ਨਾ, ਤੇ ਮਹਾਰਾਜਾ ਰਣਜੀਤ ਸਿੰਘ ਹੱਸ ਕੇ ਕਹਿੰਦਾ, ਬਾਬਾ ਇਹ ਕਲਗੀ ਦੀ ਕੋਈ ਗੱਲ ਨਹੀਂ, ਟੁੱਟ ਗਈ ਹੈ, ਫਿਰ ਵੀ ਕੋਈ ਬਹੁਤ ਵੱਡਾ ਨੁਕਸਾਨ ਨਹੀਂ। ਮੈਂ ਚਾਹੁੰਦਾ ਮੇਰੀ ਪ੍ਰਜਾ ਰੱਜ ਕੇ ਰੋਟੀ ਖਾਵੇ। ਜੇ ਮੇਰੀ ਪ੍ਰਜਾ ਰੱਜ ਕੇ ਪ੍ਰਸ਼ਾਦਾ ਛਕਦੀ ਹੋਵੇਗੀ, ਸਾਰੇ ਸੁਖੀ ਵਸਦੇ ਹੋਣਗੇ, ਮੈਂ ਕਲਗੀਆਂ 2-2 ਲਾ ਸਕਦਾ। ਪਰ ਜੇ ਮੇਰੇ ਰਾਜ ਦੇ ਲੋਕਾਂ ਦੇ, ਮੇਰੇ ਪੰਜਾਬ ਦੇ ਲੋਕਾਂ ਦੇ ਦਿਲ ਟੁੱਟ ਗਏ, ਮੈਂ ਇੱਥੋਂ ਜੁੜਨੇ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹੋ ਜਿਹਾ ਰਾਜਾ ਸੀ। ਬੇਨਤੀ ਕਰੂੰਗਾ ਥੋੜੇ ਅੱਗੇ ਆਓ ਮੇਰੇ ਵੀਰ। ਕਈ ਵਾਰੀ ਨਾ ਪਿੱਛੇ ਜੇ ਭੀੜ ਆਪਾਂ ਜ਼ਿਆਦਾ ਲਾਈ ਹੈ, ਐਡੇ ਤੰਗ ਹੋ ਕੇ ਬਹਿਣ ਦੀ ਲੋੜ ਨਹੀਂ ਹੈ। ਥੋੜੇ ਆਪਾਂ ਅੱਗੇ ਆਈਏ ਸਾਰੇ ਮੇਰੇ ਵੀਰ, ਕਿਰਪਾ ਕਰੋ। ਜਿਹੜੇ ਪਿੱਛੇ ਖਲੋਤੇ ਆ ਨਾ, ਉਹਨਾਂ ਨੂੰ ਬਹਿਣ ਵਾਸਤੇ ਜਗ੍ਹਾ ਮਿਲ ਜਾਏ। ਸਾਨੂੰ ਪਤਾ ਹੈ ਤੁਸੀਂ ਬੜੀ ਸ਼ਰਧਾ ਨਾਲ ਆਉਂਦੇ ਹੋ, ਪਿਆਰ ਨਾਲ ਆਉਂਦੇ ਹੋ। ਔਰ ਇਹ ਵੀ ਗੱਲ ਮੈਂ ਵਿਸ਼ਵਾਸ ਨਾਲ ਕਹਿ ਸਕਦਾ, ਜੇ ਤੇ ਮਨੁੱਖ ਚੌਂਕੜਾ ਮਾਰ ਕੇ ਇੱਕ ਮਨ ਇੱਕ ਚਿੱਤ ਹੋ ਕੇ ਸਿੱਖੀ ਦੀ ਕਲਾਸ ਵਿੱਚ ਹਾਜ਼ਰੀ ਭਰਦਾ ਹੋਵੇ ਨਾ, ਸਿੱਖੀ ਦੀ ਕਲਾਸ ਉਹ ਲੱਗਦੀ ਕਿੱਥੇ ਹੈ? ਉਹ ਲੱਗੀ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਿੱਖੀ ਦੀ ਕਲਾਸ। ਤੇ ਜਿਹੜਾ ਮਨੁੱਖ ਬੰਦਾ ਕੋਈ ਵੀ ਹੈ ਦੁਨੀਆ ਦਾ ਬਸਰ, ਉਹ ਕਿਤੇ ਸ਼ਰਧਾ ਭਾਵਨਾ ਨਾਲ ਇਸ ਪਵਿੱਤਰ ਦਰਬਾਰ ਵਿੱਚ ਬਹਿ ਕੇ ਕੁਝ ਮੰਗ ਲਵੇ। ਆ ਸੰਗਤ ਵਿੱਚ ਪ੍ਰਮਾਤਮਾ ਦਾ ਵਾਸਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੁਹਾਡੇ ਵਿੱਚ ਰੱਬ ਚੌਂਕੜਾ ਮਾਰ ਕੇ ਬੈਠਾ ਹੈ, ਤੁਸੀਂ ਖਾਲੀ ਨਹੀਂ ਜਾਓਗੇ, ਝੋਲੀਆਂ ਭਰ ਜਾਣਗੀਆਂ। ਪਰ ਜੇ ਆਇਆ ਵੀ ਮਨੁੱਖ, ਪਰ ਉਹਨੇ ਦਰਸ਼ਨ ਇਸ਼ਨਾਨ ਵੀ ਨਹੀਂ ਕੀਤੇ, ਮੇਲੇ ਗੇਲੇ ਦਾ ਰੂਪ ਬਣਾ ਕੇ ਚਲਿਆ ਗਿਆ, ਨਾ ਜਾਣਾ ਕੁਝ ਪ੍ਰਾਪਤ ਹੋਵੇ ਕਿ ਨਾ ਹੋਵੇ। ਮੈਂ ਬੇਨਤੀ ਇਹ ਕਰ ਰਿਹਾ ਸੀ, ਮਹਾਰਾਜਾ ਰਣਜੀਤ ਸਿੰਘ ਨੇ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ। ਉਹਨੇ ਵੇਖਿਆ ਵੱਖ-ਵੱਖ ਮਿਸਲਾਂ ਬਣੀਆਂ, ਮਿਸਲਾਂ ਜਿਹੜੀਆਂ ਜਥੇਬੰਦੀਆਂ ਵੱਖ-ਵੱਖ ਕੰਮ ਕਰਦੀਆਂ ਸਨ, ਉਹਨਾਂ ਸਾਰੀਆਂ ਮਿਸਲਾਂ ਨੂੰ ਇੱਕ ਥਾਂ ਤੇ ਜੋੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਐਸਾ ਸਿੱਖ ਰਾਜ ਕਾਇਮ ਕੀਤਾ ਜਿਹਦੀ ਮਿਸਾਲ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੀ। ਉਹਨਾਂ ਵਿੱਚ ਮਿਸਲਾਂ ਜਿਹੜੀਆਂ 12 ਕੰਮ ਕਰਦੀਆਂ, 12 ਫੈਜ਼ਲਪੁਰੀਆ ਮਿਸਲ, ਆਲੂ ਵਾਲੀਆ ਮਿਸਲ, ਰਾਮਗੜੀਆ ਮਿਸਲ, ਉਹਨਾਂ ਵਿੱਚ ਡੱਲੇ ਵਾਲੀਆ ਮਿਸਲ, ਨਿਸ਼ਾਨਾ ਵਾਲੀ ਮਿਸਲ, ਸ਼ਹੀਦਾਂ ਦੀ ਮਿਸਲ, ਜਿਹਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਮਹਾਨ ਪਰਉਪਕਾਰੀ ਯੋਧੇ ਹੋਏ, ਜਿਨ੍ਹਾਂ ਨੂੰ ਉਸ ਮਿਸਲ ਦੇ ਜਥੇਦਾਰ ਹੋਣ ਦਾ ਮਾਣ ਪ੍ਰਾਪਤ ਹੋਇਆ। ਨਕਈ ਕਨਈ ਮਿਸਲ, ਉਹ ਰਾਮਗੜੀਆ ਮਿਸਲ, ਜਿਹੜੀਆਂ ਵੱਖ-ਵੱਖ ਕੰਮ ਕਰਦੀਆਂ, ਕਰੋੜ ਸਿੰਘੀਆ ਮਿਸਲ ਸੀ ਖਾਲਸਾ ਜੀ। ਭੰਗੀਆਂ ਵਾਲੀ ਮਿਸਲ, ਸ਼ੁਕਰ ਚੱਕੀਆ ਮਿਸਲ, ਜਿਹਦੇ ਵਿੱਚੋਂ ਮਹਾਰਾਜੇ ਰਣਜੀਤ ਸਿੰਘ ਦੇ ਵੱਡਿਆਂ ਵਡੇਰਿਆਂ ਨੇ ਰਾਜ ਕਾਇਮ ਕੀਤਾ। ਫੂਲਕੀਆ ਮਿਸਲ, ਉਹ ਵੀ ਬਹੁਤ ਵੱਡੀ ਸੇਵਾ ਕਰਦੀ ਰਹੀ। 12 ਮਿਸਲਾਂ, 12 ਉਹਨਾਂ ਸਾਰਿਆਂ ਨੂੰ ਕਰਕੇ ਇਕੱਠੀਆਂ ਇੱਕ ਬਹੁਤ ਵੱਡੀ ਜਥੇਬੰਦੀ ਬਣਾਇਆ। ਤੇ ਜਥੇਬੰਦੀ ਦਾ ਨਾਮ ਕੀ ਰੱਖਿਆ? ਖਾਲਸਾ ਰਾਜ। ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਕਿਹਾ ਵੀ ਮੇਰਾ ਰਾਜ, ਅੱਜ ਤੇ ਹੰਨੇ ਸਰਦਾਰੀ ਹੈ।
अज ते हर बंदा अपनी चौधर की गल करदा है, पर चेते रखो खालसा राज कायम किया, तुहाडा राज। ते महाराजा रणजीत सिंह ने कदे भी नहीं सी कहा भई ये खजाना पंजाब दा है, यह भी नहीं सी कहा भई ये खजाना महाराजे रणजीत सिंह दा है। महाराजा रणजीत सिंह कहंदा सी खालसा राज दा खजाना है, ये खालसे दा खजाना है, जिहदे विचों बहुत वड्डियां सेवावां कीतियां। आओ मैं बेनती करनी चाहुंदा हां, वो इतिहास जिहड़ा अज दा मुद्दा चल रहा, दिल्ली विच मोर्चा लगा और बैठे ने सिख सरदार, आ यूपी वाले तुसां हद करके विखा दी है, इस वार तुसां कमाल कर दी है, तुहाडे चरनां ते सिर झुकदा है भई पंजाब दे मोढे नाल मोढा जोड़ के वीर खलो गया यूपी वाला, ते आण के हरियाणे वाला भरा वो पिछे नहीं रहा। इन्हां भरावां ने मोढे नाल मोढा जोड़ के एक दूजे दे हत्थां विच हत्थ पा के आ दिल्ली दे बार्डरां उत्ते लाए आ डेरे, ते कई लोग ते अपने घरां विच बैठे फेसबुक ते उंगल मार के सारी गए भई लो जी जित के आवांगे, जित के आवांगे। कई अपने घरां विच ललकारे रजाइयां च मारी गए, पर उन्हां नूं सिर झुकदा है जिन्हां यूपी वाले भरावां ने, जिन्हां ने पंजाब वालियां वीरां ने, उत्तराखंड वाले वीरां ने जाके दिल्ली दे बार्डर उत्ते वक्त दी सरकार नूं दस दिता कि यह जालम सरकारे असी किसे कोलों भीख मंगण वास्ते नहीं आए, असी अपना हक लैण वास्ते आए हैं। गज के आखो सतनाम श्री वाहिगुरू, एक बार गज के आखो सतनाम। ते उत्थे उन्हां संगतां दी सेवा वास्ते आ गल सुन लियो, तुहानूं सी झुकदा है। जदों तो मोर्चा लग गया उदों तो ट्रक भर भर के महापुरखों ने भेजे, ते दिल्ली विच सब तो वड्डा लंगर कहा जाता है। हुण भी उत्थे पुछीए ना ते कहंदे बड़े लंगर विच जावांगे, हिंदी विच लोग कहंदे बड़े लंगर में जाएंगे, वड्डे लंगर विच जावांगे। ते किहड़ा है वो वड्डा लंगर? इस गुरु नानक दे घर दा बाबा बचन सिंह होरां दी सोच उदों तो लैके अज तक महान सेवावां कीतियां। मैं कल आउंदियां पुछया बाबा जी दे सिख सेवादारां नूं सारा वीर गुरजंट सिंह होरां नाल बाबा जी नाल गल होई, कहंदे है ही किसानां दा सब कुछ। आ वेखो किड्डी वड्डी गल है ही संगत दा ते महापुरखां दी सोच ये है भई उत्थे दिने रात लंगर चले, जो भी लोड़ है लोड़ दे अनुसार उत्थे वध तों वध सेवावां कीतियां जाण। मैं बेनती ये करनी चाहुंदा कदे लोड़ पैगी महाराजा रणजीत सिंह दे राज भाग तो बाद ਜਿਹੜੀਆਂ ਮਿਸਲਾਂ ਇਕੱਠੀਆਂ ਕੀਤੀਆਂ ਸਨ ਉਹਨਾਂ ਵਿੱਚ ਜਥੇਦਾਰ ਬਣਿਆ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ, ਕੌਮ ਦਾ ਜਥੇਦਾਰ ਜਿਹਦਾ ਨਾਮ ਰੱਖੇਗਾ ਸੁਲਤਾਨ ਉਲ ਕੌਮ। ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸੁਲਤਾਨ ਰਾਜਾ ਬਣਾ ਦਿੱਤਾ ਕੌਮ ਨੇ। ਤੇ ਨਾਲ ਹੈ ਬਾਬਾ ਬਘੇਲ ਸਿੰਘ ਜੀ ਝਬਾਲ ਵਾਲਾ, ਜੱਸਾ ਸਿੰਘ ਰਾਮ ਗੜੀਆ, सरदार लैना सिंह सोभा सिंह, एक कौम के महान योधे जरनैल ने ते बैठे श्री अकाल तख्त साहब की धरती अंदर। सुनियो जरा, उधर दिल्ली की धरती अंदर बैठा शाह आलम। वक्त दियां सरकारां धक्का करदियां ही आईयां है, भावें कोई लाहौर के तख्त ते बैठा ते भावें दिल्ली दे बैठा। इत्थे बैठा सी शाह आलम, वो कहंदा मैं गुरधाम नहीं बन देने। जिथे अज बंगला साहब, जिथे अज शीशगंज साहब, जिथे अज मोती का बाग, जिथे अज महापुरखों ने रकाबगंज गुरुद्वारा साहब तैयार किया है ना, मैं उन्हां गुरुद्वारियां दी गल करन लगा। यह दूजा शाह आलम राज भाग करके कायम सिखां दे स्थान नहीं बन दिंदा। वो कहता दिल्ली की धरती अंदर केसरी निशान साहब नहीं झूलन देना, पर बाबा बघेल सिंह साहब उन्हें बह के श्री अकाल तख्त साहब की धरती अंदर करके कौम के नाल गुरमता ते पिंडां विच शहरां विच चिट्ठियां भेज दित्तियां। वो चिट्ठियां ते लिखिया की है, कौमी सरदारां नूं मारी आवाज, ओ बहादुर सिंघो गुरु के खालसिओ आओ रल मिल के हल्ला करिए ते कब्जा करिए दिल्ली की धरती उत्ते। उदों ही नहीं अज भी आपां कह रहे ये दिल्ली 19 वार फतेह की, 20वीं वार हो गई है, ते पता नहीं किन्नी वार खालसे ने यह दिल्ली उत्ते केसरी निशान साहब चलाउणा है। मैं बेनती करनी चाहुंदा हां, बह के कौम का जथेदार सरदार बाबा बघेल सिंह साहब कौम के नाम चिट्ठियां लिख रहा है ते सिख सरदारां नूं सुनेहा भेज के दिल्ली उत्ते कब्जा करने वास्ते। और गुरुद्वारा बंगला साहब, रकाबगंज, शीशगंज, वो महान पवित्र स्थान गुरु तेग बहादुर साहब ते गुरु हरकृष्ण महाराज दे
ਪਵਿੱਤਰ ਸਥਾਨਾਂ ਦੀ ਸੇਵਾ ਕਰਨ ਵਾਸਤੇ ਜਿਵੇਂ ਵੰਗਾਰ ਪਾ ਰਿਹਾ ਉਹ ਨਕਸ਼ਾ ਤੁਹਾਡੀ ਸੇਵਾ ਅੰਦਰ ਬਲਬੀਰ ਸਿੰਘ ਪਾਰਸ ਦਾ ਇੰਟਰਨੈਸ਼ਨਲ 골ਡ ਮੈਡਲਿਸਟ ਢਾਡੀ ਜੱਥਾ ਚੰਦਕ ਸਤਰਾਂ ਗਾ ਕੇ ਇਹ ਕਹਿੰਦਾ ਆ ਰਿਹਾ
करिए दिल्ली ते सिंघो सरदार, कब्जा करिए दिल्ली ते सिंघो सरदार। हो धर्म दी खातिर सूरमा, हो हो धर्म दी खातिर सूरमा जो हंस के मरदा, जन पार साए उस दी जग पूजा करदा, जन पार साए उस दी जग पूजा करदा। कैकड़गंज हुण खालसा ना वक्त गुजारो, कैकड़गंज हुण खालसा ना वक्त गुजारो। कब्जा करिए दिल्ली ते सिंघो सरदार, कब्जा करिए दिल्ली ते सिंघो सरदार, कब्जा करिए दिल्ली ते सिंघो सरदार। हो ਕੀਤੀ ਨੌਵੇਂ ਗੁਰਾਂ ਨੇ ਜਿੱਥੇ ਕੁਰਬਾਨੀ, ਲੱਭਣੀ ਜਾ ਕੇ ਉਸ ਥਾਂ ਉਹ ਅਮਰ ਨਿਸ਼ਾਨੀ। ਚੇਤੇ ਰੱਖੋ ਆ 2021 ਵਿੱਚ ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਉਹਨੂੰ ਸਮਰਪਿਤ ਅੱਜ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਉਸ ਪਵਿੱਤਰ ਜਗ੍ਹਾ ਤੇ ਗੁਰਧਾਮ ਉਸਾਰੋ। ਕਿੱਥੇ? ਜਿੱਥੇ ਆਪਣਾ ਸੀਸ ਬਲੀਦਾਨ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਖਾਲਸਾ ਜੀ ਚੇਤੇ ਰੱਖੋ ਤਿਲਕ ਜੰਜੂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੀ ਧਰਤੀ ਅੰਦਰ ਕੁਰਬਾਨੀ ਕਰਦੇ ਆ। ਪਿੱਛੇ ਜੇ ਹਿੰਦੂ ਵੀਰਾਂ ਨੇ ਇੱਕ ਰੈਲੀ ਕੱਢੀ, ਬੀਬੀਆਂ ਵੀ ਧਿਆਨ ਨਾਲ ਸੁਣਿਓ ਤੇ ਵੀਰ ਵੀ, ਹਿੰਦੂ ਵੀਰਾਂ ਨੇ ਇੱਕ ਰੈਲੀ ਕੱਢੀ, ਉਹਦਾ ਨਾਮ ਰੱਖਿਆ ਰਿਣ ਉਤਾਰਨ ਯਾਤਰਾ। ਆ ਯੂਪੀ ਦੀਆਂ ਸੰਗਤਾਂ ਸੁਣਨ ਵਾਲੀਆਂ ਬੈਠੀਆਂ, ਮੇਲੇ ਗੇਲੇ ਵਾਲੇ ਤੋਂ ਧੱਕੇ ਚਾਰ ਮਾਰੇ ਤੇ ਚਾਰ ਖਾਦੇ ਉਹਦੇ ਦੁਕਾਨਾਂ ਤੋਂ ਹੀ ਮੁੜ ਜਾਂਦੇ ਆ, ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਸੁਣਦੇ ਆ ਦੀਵਾਨਾਂ ਵਿੱਚ ਬਹਿ ਕੇ। ਮੈਂ ਬੇਨਤੀ ਇਹ ਕਰ ਰਿਹਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਰਿਣ ਉਤਾਰਨ ਵਾਸਤੇ ਯਾਤਰਾ ਕੱਢ ਰਹੇ ਹਿੰਦੂ ਵੀਰ, ਤੇ ਰਿਣ ਦਾ ਮਤਲਬ ਹੁੰਦਾ ਆਸਾਨ। ਉਹਨਾਂ ਨੇ ਯਾਤਰਾ ਕੱਢੀ ਵੀ ਅਸੀਂ ਆਸਾਨ ਲਾਉਣ ਵਾਸਤੇ ਚੱਲੇ ਗੁਰੂ ਤੇਗ ਬਹਾਦਰ ਸਾਹਿਬ, ਪਰ ਰਿਣ ਉਤਾਰਨ ਯਾਤਰਾ ਨਹੀਂ ਹੋਣੀ ਚਾਹੀਦੀ। ਵਾਹਿਗੁਰੂ ਉਹਨਾਂ ਨੂੰ ਸਗੋਂ ਚਾਹੀਦਾ ਸੀ ਕਿ ਉਹ ਸ਼ੁਕਰਾਨਾ ਯਾਤਰਾ ਕੱਢਦੇ, ਸ਼ੁਕਰਾਨਾ ਯਾਤਰਾ। ਆ ਹਿੰਦੂ ਵੀਰ, ਦੁਨੀਆ ਭਰ ਦੇ ਲੋਕ ਹਿੰਦੂ ਜੇ ਸਾਰੀ ਜ਼ਿੰਦਗੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਕਰਦਿਆਂ ਲੰਘਾ ਦੇਣ, ਜੇ ਆਪਣੀਆਂ ਪੀੜ੍ਹੀਆਂ ਸਮੇਤ ਗੁਰੂ ਦਾ ਜਸ ਦਿਨੇ ਰਾਤ ਕਰਦਿਆਂ ਸਿਫਤੋ ਸਲਾਹ ਕਰਦੇ ਰਹਿਣ, ਉਹ ਤਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਾਨ ਨਹੀਂ ਲਾ ਸਕਦੇ। ਗੱਜ ਕੇ ਆਖੋ ਸਤਨਾਮ। ਸਤਿਗੁਰਾਂ ਨੇ ਉਸ ਧਰਤੀ ਅੰਦਰ ਕੁਰਬਾਨੀ ਕੀਤੀ, ਦਿੱਲੀ ਅੰਦਰ ਬਹਿ ਕੇ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮੇ ਸਾਕਾ। ਕਲਯੁਗ ਦੇ ਸਮੇਂ ਅੰਦਰ ਮਹਾਰਾਜ ਨੇ ਮਹਾਨ ਕੁਰਬਾਨੀ ਕੀਤੀ ਤੇ ਆਖਿਆ ਉਸ ਪਵਿੱਤਰ ਧਰਤੀ ਉੱਤੇ ਗੁਰਧਾਮ ਬਣਨੇ ਚਾਹੀਦੇ ਆ, ਜਿੱਥੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਮਿਰਜ਼ਾ ਰਾਜਾ ਜੈ ਸਿੰਘ ਦੇ ਘਰ ਵਿੱਚ ਜਾ ਕੇ ਦਰਸ਼ਨ ਦਿਦਾਰੇ ਦਿੱਤੇ, ਤੇ ਉਸ ਧਰਤੀ ਅੰਦਰ ਗੁਰਦੁਆਰਾ ਸਾਹਿਬ ਬਣਨਾ ਚਾਹੀਦਾ, ਜਿੱਥੇ ਅੱਜ ਤੁਸੀਂ ਮਾਣ ਨਾਲ ਕਹਿ ਸਕਦੇ ਹੋ ਭਈ ਸਤਿਕਾਰਯੋਗ ਬਾਬਾ ਬਚਨ ਸਿੰਘ ਹੋਰਾਂ ਨੇ ਮਹਾਨ ਸੇਵਾਵਾਂ ਕੀਤੀਆਂ। ਉਹ ਝੂਲਦੇ 150 ਫੁੱਟ ਨਿਸ਼ਾਨ ਸਾਹਿਬ, ਅੱਜ ਵੱਡੀਆਂ ਵੱਡੀਆਂ ਬਣੀਆਂ ਇਮਾਰਤਾਂ, ਉੱਪਰ ਚੜੇ ਹੋਏ ਸੋਨੇ ਦੇ ਕਲਸ਼, ਜੇ ਚਮਕਾ ਮਾਰਦੇ ਨਾ ਦੂਰੋਂ, ਤੇ ਖਾਲਸਾ ਜੀ ਉਹ ਉਹਨਾਂ ਮਹਾਨ ਸੂਰਮਿਆਂ ਤੇ ਮਹਾਂਪੁਰਖਾਂ ਦੀ ਕਿਰਪਾ ਦਾ ਸਦਕਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਦੱਸਣ ਲੱਗਾ ਵੀ ਜਦੋਂ ਉੱਥੇ ਕੁਝ ਵੀ ਨਹੀਂ ਸੀ ਬਣਿਆ, ਜਦੋਂ ਕੋਈ ਨਿਸ਼ਾਨੀ ਨਹੀਂ ਸੀ ਲੱਭਦੀ, ਉਦੋਂ ਫਿਰ ਖਾਲਸਾ ਨੇ ਧੋਈਆ ਕੀਤਾ, ਆਖਿਆ ਜਾਣਾ ਉਹ ਦਿੱਲੀ ਦੀ ਧਰਤੀ ਅੰਦਰ ਪਵਿੱਤਰ ਸਥਾਨ ਬਣਾਵਾਂ। ਬੀਬੀਆਂ ਬੈਠੀਆਂ ਧਿਆਨ ਨਾਲ ਸੁਣਨ ਵਾਲੀਆਂ,
जिस बंगला साहब की गल मैं की है, उत्थे मिर्जा राजा जय सिंह की घरवाली ओनू जो पता लगा भाई गुरु हरकृष्ण महाराज जी आ रहे हैं, तो मन में एक सवाल धारण किया। सवाल इतिहास नूं ध्यान नाल सुनिया करो, विचों कुछ लभ जांदा है। बीबी दे मन अंदर सवाल पैदा हो गया राजे दी घरवाली दे, कहंदी निक्की जी उम्र है ते लोकी झुक झुक के सत्कार करते हैं भी 8वें गुरु गुरु हरकृष्ण महाराज जी कहंदे आ, कहंदी जे ते मेरे सवाल का जवाब दे दिता, ਜਿਹੜੀ मेरे मन अंदर परख करने वाली भावना है, जे तो वो समझ गए तो मैं उन्होंने चरणों उत्ते दंडवत प्रणाम करके गुरु नानक की जोत मान लवांगी। रानी ने की किया, उन्हें गोलियां वाले वस्त्र पाए, सेवादारनियां वाले कपड़े पाए, ते बीबियां गोलियां विच जाके बह गई ते कहंदी है जदों घर विच आउणगे ना गुरु हरकृष्ण महाराज ते ओ जे ते मैनू पहचान गए ते फिर वो सच्चे सिख सच्चे गुरु ने, गुरु नानक का 8वां रूप है। असी परख करते हैं, इत्थे आके परखा ना करया करो, इत्थे आके गुरु ते सवाल नहीं करने, इत्थे गुरु ते आन के किंतु परंतु नहीं करना। जिन्हां ने कीता उन्हां खटिया कुछ भी नहीं, उन्हां दी हार होई है, पर जिन्हां ने गुरु ते शरधा रखी, जिन्हां भावना रखी ना, उन्हां कोड़ियां दे भी कोड़ हटा दिते। गुरु नानक साहब ने आखो सतनाम श्री वाहिगुरू। उत्थे जिहड़ियां भयानक बीमारियां चल रही सन, वो भी अपने तन उत्ते झल के महाराज ने कुर्बानी की है। बड़ा वड्डा दुनिया नूं ज्ञान बख्शिश किया। मैं बेनती कर रहा है, राजे की घरवाली बह गई गोलियां विच कपड़े पा के, बीबियां वाले सेवादारनियां वाले, ते महाराज सच्चे पातशाह चले गए जिथे अज गुरुद्वारा बंगला साहब है, उत्थे महाराज पहुंचे ते सतगुरु गुरु हरकृष्ण महाराज जी गए। सच्चे पातशाह एक एक बीबी दे सीस उत्ते हथ रख के कही जन आ भी गोली, आ भी गोली, आ भी गोली महाराज जी कही जाते हैं। ते जिथे रानी बैठी सी ना सत्कारयोग बीबीओ, ओदे सामने खलो के गुरु हरकृष्ण महाराज, छोटी जी अवस्था है, ते मेरे पातशाह जी खलोते खलोते एक टक रानी वाले वेखण लग पे। रानी भी वेखी जाती है, ते महाराज सच्चे पातशाह जी कहन लगे, रानी जी जे अकाल पुरख वाहिगुरू ने मस्तक विच रेखा लिख दी है ना रानियां वाली, दुनिया दे सुख भाग, दुनिया दे राज भाग लिख दिते है, ते जान जान के ये मंगतियां वाले कपड़े पा के जां कोई सादे वस्त्र पहन के अपने आप को लुकाओ ना। राजियां महाराजियां दी चेहरे की झलक कदे टाकियां विच मैले कपड़ियां विच लुकदी नहीं, ते जे कोई गरीब होवे कर्मा करके कंगाल होवे तो उन्होंने कोई बहुत वधिया वस्त्र पा दिए ते वस्त्रां विच उन्हें राजा नहीं दिसन लग जाना। ये ते मस्तक विच वाहिगुरू ने जो सुख लिखिया ते कदे उस अकाल पुरख दा शुक्र भी करया कर। महाराज सच्चे पातशाह ने जदों ये गल कही ना, ते ढह के रानी चरना उत्ते पै गई। महाराज मैथों बहुत वड्डी भुल हो गई है, ऐ सतगुरु गुरु हरकृष्ण महाराज जी हो, मैं नभागी ने तुहाडे उत्ते किंतु परंतु कीता, तुहाडे उत्ते सवाल कीता, शंका कीता, पर अज मेरे मन में जिहड़ी भटकना सी वो खत्म हो गई है। अज गुरु नानक दे स्वरूप गुरु हरकृष्ण महाराज दे दर्शन दीदारे हो गए, ते रानी ने झुक के नमस्कारां कीती। महाराज सच्चे पातशाह दिल्ली की धरती अंदर रहे, सुनियो उत्थे भयानक बीमारी चेचक की बीमारी फैल गई, ते गुरु हरकृष्ण महाराज जी लुके नहीं, पिछां नहीं बैठे, वो किते वखरे नहीं हो गए, सगों ना संगत की सेवा करनी शुरू कर दी। जेड़े दुखी सन, जेड़े बीमार सन, उन्हां दी सेवा करदियां करदियां महाराज ने समा गुजारिया। अचानक महाराज उत्ते भी इसे बीमारी का हमला हो गया। सुनियो इसे बीमारी चेचक का, जिन्हों कई लोग शीतला माता भी कहते, वो बीमारी का हमला हो गया, ते महाराज सच्चे पातशाह जी भी बीमार पै गए। गुरु नानक का स्वरूप दुनिया के दुख अपनी झोली विच पा के संसार विचों शरीर करके जान लगे, पर इशारा करके गए बाबा बसे ग्राम बकाले, बाबा साडा बकाले विच वसदा है। ते उधर सतगुरु जी चढ़ाई कर गए, अकाल पुरख के चरणों में चले गए, ते दूजे पासे गुरु तेग बहादुर साहब प्रगट होए, ते मेरे पातशाह ने भी दिल्ली की धरती अंदर जाके अपने सीस का बलिदान दिता। उस धरती अंदर गुरधाम उसारने
ਉਹ ਜਗ੍ਹਾ ਲੱਭੀਏ, ਉਹ ਪਵਿੱਤਰ ਧਰਤੀ ਲੱਭੀਏ ਤੇ ਉੱਥੇ ਨੀਹਾਂ ਰੱਖ ਕੇ ਉਹ ਮਹਾਨ ਪਵਿੱਤਰ ਗੁਰਦੁਆਰਾ ਸਾਹਿਬ ਬਣਾ ਦਿੱਤੇ ਜਾਣ। ਇਹ ਬਾਬਾ ਬਘੇਲ ਸਿੰਘ ਨੇ ਪਾਈ ਵੰਗਾਰ। ਫਿਰ ਹੋਏ ਪਿੰਡਾਂ ਵਿੱਚੋਂ ਸੂਰਮੇ ਇਕੱਠੇ, 12 ਮਿਸਲਾਂ ਘੋੜਿਆਂ ਤੇ ਹੋਏ ਸਵਾਰ, ਪਹੁੰਚੇ ਬਾਬਾ ਬਘੇਲ ਸਿੰਘ ਦੇ ਕੋਲ ਅੰਮ੍ਰਿਤਸਰ ਦੀ ਧਰਤੀ ਅੰਦਰ। ਇੱਥੇ ਖਾਲਸਾ ਨੇ ਸੋਧੀ ਅਰਦਾਸਾਂ। ਗੱਲ ਯਾਦ ਰੱਖਣ ਵਾਲੀ, ਜਦੋਂ ਵੀ ਖਾਲਸਾ ਤੁਰਦਾ ਅਰਦਾਸ ਕਰਕੇ ਤੁਰਦਾ ਹੈ ਤੇ ਤੁਸੀਂ ਵੀ ਅਰਦਾਸ ਕਰਕੇ ਤੁਰਦੇ ਹੋ ਨਾ। ਜਹ ਜਾਈਏ ਤਾਂ ਸਹੇਲੇ ਕਰ ਕਿਰਪਾ ਪ੍ਰਭ ਮੇਲੇ। ਤੇ ਜਦੋਂ ਅਸੀਂ ਇਹ ਅਰਦਾਸ ਕਰਕੇ ਤੁਰਦੇ ਫਿਰ ਆਪੇ ਵਾਹਿਗੁਰੂ ਬਾਹ ਫੜਦਾ ਹੈ, ਫਿਰ ਮਨੁੱਖ ਦੀ ਜਿੱਤ ਹੁੰਦੀ ਹੈ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਕੇ ਅਰਦਾਸ, ਪੰਥ ਖਾਲਸਾ ਜਕਾਰੇ ਬੁਲਾਉਂਦਾ ਤੇ ਜਕਾਰਿਆਂ ਦੀਆਂ ਗੂੰਜਾਂ ਪਈਆਂ। ਚਾਰ ਚੁਫੇਰੇ ਅਕਾਲ ਅਕਾਲ ਦੇ ਜਕਾਰੇ ਗੂੰਜੇ। ਸਿੱਖ ਸਰਦਾਰਾਂ ਨੇ ਉਸ ਵੇਲੇ ਕਰਕੇ ਤਿਆਰੀ, ਦਿੱਲੀ ਦੀ ਧਰਤੀ ਵੱਲ ਨੂੰ ਗੁਰਧਾਮਾਂ ਦੀ ਉਸਾਰੀ ਕਰਨ ਵਾਸਤੇ ਚਾਲੇ। ਜਿਵੇਂ ਮਾਰੇ ਨੇ ਤੁਹਾਡੀ ਸੇਵਾ ਅੰਦਰ ਅਰਪਣਪ੍ਰੀਤ ਕੌਰ, ਕਿਰਨਦੀਪ ਕੌਰ, ਸਰੰਗੀ ਮਾਸਟਰ ਰਣਜੀਤ ਸਿੰਘ ਗੜਗੱਜ ਢਾਡੀ ਕਲਾ ਦੀ ਬੜੀ ਪਿਆਰੀ ਤਰਜ ਚੰਦ ਸਤਰਾਂ ਵਿੱਚ ਗਾ ਕੇ ਇੰਜ ਕਹਿੰਦੇ ਆ ਰਿਹਾ ਹੋਏ।
ਉਹ ਚੜ੍ਹਤ ਸਿੰਘਾਂ ਦੀ ਵੇਖ ਕੇ ਸੂਰਜ ਸ਼ਰਮਾਏ, ਹਾਂ ਚੜ੍ਹਤ ਸਿੰਘਾਂ ਦੀ ਵੇਖ ਕੇ ਸੂਰਜ ਸ਼ਰਮਾਏ ਹੋ। ਚੰਨ ਪਾਰਸਾ ਸੂਰਮੇ ਆਈ ਤੇ ਆਏ, ਉਹ ਚੰਨ ਪਾਰਸਾ ਸੂਰਮੇ ਆਈ ਤੇ ਆਏ, ਆਈ ਤੇ ਆਏ, ਆਈ ਤੇ ਆਏ ਹੋ। ਸਿੰਘ ਸੂਰਮੇ ਕਰਕੇ ਤਿਆਰੀ ਦਿੱਲੀ ਦੀ ਧਰਤੀ ਵੱਲ ਨੂੰ ਜਾ ਰਹੇ ਸਨ। ਬੜੇ ਜਾਹੋ ਜਲਾਲ ਦੇ ਨਾਲ ਸਿੱਖ ਸਰਦਾਰਾਂ ਦੀ ਚੜ੍ਹਤ ਵੇਖਣ ਵਾਲੀ ਸੀ। ਉਹ ਨੀਲੇ ਬਾਣਿਆਂ ਵਿੱਚ ਸੱਜੇ ਹੋਏ, ਕੇਸਰੀ ਬਾਣਿਆਂ ਵਿੱਚ ਸੱਜੇ ਹੋਏ, ਸਿਰਾਂ ਉੱਤੇ ਚੱਕਰ ਚੜਾਏ ਹੋਏ, ਹੱਥਾਂ ਵਿੱਚ ਸ੍ਰੀ ਸਾਹਿਬ ਲੈ ਕੇ, ਦੋ ਧਾਰੇ ਖੰਡੇ ਲੈ ਕੇ, ਸ਼ਸਤਰਾਂ ਨਾਲ ਲੈਸ ਹੋ ਕੇ ਗੁਰੂ ਕਾ ਖਾਲਸਾ ਦਿੱਲੀ ਦੀ ਧਰਤੀ ਵੱਲ ਨੂੰ ਜਾ ਰਿਹਾ ਸੀ। ਮਜਨੂ ਕਾ ਟਿੱਲਾ ਉੱਥੇ ਜਾ ਕੇ ਗੁਰੂ ਕੇ ਖਾਲਸੇ ਨੇ ਕੀਤਾ ਉਤਾਰਾ। ਅਗਲੀ ਵਿਉਂਤਬੰਦੀ ਹੋਣ ਲੱਗੀ ਹੈ, ਇਥੋਂ ਖਾਲਸਾ ਦਿੱਲੀ ਦੇ ਤਖਤ ਵੱਲ ਨੂੰ ਕੂਚ ਕਰੇਗਾ। ਮੇਰੇ ਅਤੀ ਸਤਿਕਾਰਯੋਗ ਵੀਰਾਂ ਵੱਲੋਂ ਇੱਕ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ। ਗੁਰੂ ਨਾਨਕ ਚੈਰੀਟੇਬਲ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲੱਗਾ ਸਾਹਮਣੇ, ਤੇ ਮੈਂ ਵੀ ਉੱਥੇ ਵੇਖ ਰਿਹਾ ਸੀ ਕੋਈ ਬੜੇ ਚਾਅ ਨਾਲ ਸਾਡੇ ਨੌਜਵਾਨ ਖੂਨ ਦਾਨ ਕਰ ਰਹੇ। ਦਾਨ ਕਰਨਾ ਬੜੀ ਚੰਗੀ ਗੱਲ ਹੈ, ਪਰ ਸਭ ਤੋਂ ਵੱਡਾ ਦਾਨ ਹੈ ਖੂਨ ਦਾਨ ਕਰਨਾ। ਕਿਸੇ ਦੀ ਜ਼ਿੰਦਗੀ ਬਚ ਜਾਏ, ਇਹ ਤੋਂ ਵੱਡੀ ਹੋਰ ਗੱਲ ਹੀ ਕੋਈ ਨਹੀਂ। ਤੇ ਜੇ ਕੋਈ ਵੀਰ ਚਾਹਵਾਨ ਹੈ ਤੇ ਉਹ ਵੀ ਕੋਸ਼ਿਸ਼ ਕਰੋ ਵੀ ਜ਼ਰੂਰ ਆਪਣਾ ਯੋਗਦਾਨ ਪਾ ਕੇ ਜਾਓ ਚੱਲ ਰਹੇ ਕੈਂਪ ਵਿੱਚ। ਉਹਨਾਂ ਵੀਰਾਂ ਨੇ ਮੈਨੂੰ ਦੱਸਿਆ, ਪਾਰਸ ਜੀ ਅਸੀਂ ਆਪ ਖੁਦ ਸਾਰੀ ਸੁਸਾਇਟੀ, ਜੇ ਕਿਤੇ ਰੱਬ ਨਾ ਕਰੇ ਕਿਸੇ ਨੂੰ ਮੌਕੇ ਤੇ ਲੋੜ ਪੈ ਜੇ ਨਾ, ਤਾਂ ਅਸੀਂ ਕਦੇ ਪੂਰੇ ਹਿੰਦੁਸਤਾਨ ਵਿੱਚ ਕਿਸੇ ਤੋਂ ਪਿੱਛੇ ਨਹੀਂ ਹਟਾਂਗੇ। ਅਸੀਂ ਆਪਣਾ ਜਿੰਨਾ ਕੁ ਬਣਦਾ ਯੋਗਦਾਨ ਹੈ ਉਹ ਜ਼ਰੂਰ ਪਾਵਾਂਗੇ। ਤੇ ਇੱਥੇ ਵੱਖ-ਵੱਖ ਥਾਵਾਂ ਤੇ ਕੈਂਪ ਲਾ ਕੇ ਜਿਹੜਾ ਖੂਨ ਹੈ ਨਾ ਉਹ ਵੱਡਾ ਦਾਨ ਕਰ ਰਹੇ ਆ, ਭਈ ਜੇ ਕਿਸੇ ਨੂੰ ਜ਼ਰੂਰਤ ਪੈ ਜੇ ਉਹਦੀ ਜ਼ਿੰਦਗੀ ਬਚ ਸਕੇ। ਵਾਹਿਗੁਰੂ ਕਿਰਪਾ ਕਰੋ ਨਾ ਵੀਰਾਂ ਦੀ ਸੇਵਾ ਲੇਖੇ ਵਿੱਚ ਲੱਗੇ। ਜ਼ਰੂਰ ਆਪਣੇ ਵੱਲੋਂ ਜੇ ਕੋਈ ਵੀਰ ਚਾਹਵਾਨ ਹੈ ਤੇ ਉਹ ਆਪਣਾ ਖੂਨ ਦਾਨ ਜ਼ਰੂਰ ਕਰਕੇ ਜਾਇਓ। ਮਹਾਰਾਜ ਜੀ ਕਿਰਪਾ ਕਰਨ, ਕੋਈ ਫਰਕ ਨਹੀਂ ਪੈਂਦਾ। ਜੇ ਥੋੜਾ ਬਹੁਤਾ ਆਪਾਂ ਕਢਾ ਦਾਂਗੇ ਤੇ 24 ਘੰਟਿਆਂ 'ਚ 36 ਘੰਟਿਆਂ 'ਚ ਪੂਰਾ ਹੋ ਜਾਂਦਾ। ਬੰਦਾ ਤੰਦਰੁਸਤ ਚਾਹੀਦਾ, ਦਿਓ ਉਹ ਜਿਹੜਾ ਤੰਦਰੁਸਤ ਹੋਵੇ। ਜਿਹੜਾ ਪਹਿਲਾਂ ਵਿਚਾਰਾ ਡਿੱਗਦਾ ਫਿਰਦਾ ਉਹ ਨਾ ਦੇ ਪਿਓ, ਮੁੜ ਕੇ ਉਹ ਨਾ ਹੋਵੇ ਭਈ ਇੱਕ ਬੋਤਲ ਦਿੱਤੀ ਹੋਵੇ ਤੇ 6 ਕੋਲੋਂ ਲਾ ਕੇ ਉਹਨੂੰ ਘਰ ਨੂੰ ਭੇਜਣਾ ਪਵੇ। ਤੰਦਰੁਸਤ ਬੰਦਾ ਦੇਵੇ, ਉਹਦਾ ਕਿਤੇ ਕੰਮ ਆਉਂਦਾ। ਦੂਸਰੀ ਬੇਨਤੀ ਹੈ ਵੀ ਆਹ ਇੱਕ ਪਰਸ ਪਿਆ ਸਾਡੇ ਕੋਲ, ਇਹ ਪਰਸ ਵੀਰ ਹਰਦੀਪ ਸਿੰਘ ਨੇ ਮੈਨੂੰ ਦੱਸਿਆ ਵੀ ਕੋਈ ਭੁਲੇਖੇ ਨਾਲ ਬੀਬੀ ਲੈ ਗਈ ਇੱਥੋਂ ਵਟਾ ਕੇ। ਹੈਰਾਨਗੀ, ਆਪੋ ਆਪਣੀ ਚੀਜ਼ ਦਾ ਪਤਾ ਹੁੰਦਾ ਹੈ, ਪਰ ਚਲੋ ਜੇ ਕੋਈ ਭੁਲੇਖੇ ਨਾਲ ਵੀ ਲੈ ਗਿਆ ਤੇ ਬੀਬੀਆਂ ਨੂੰ ਬੇਨਤੀ ਆ ਧਿਆਨ ਰੱਖਿਆ ਕਰੋ। ਉਹ ਵਟਾ ਕੇ ਪਰਸ ਚਲਿਆ ਗਿਆ, ਆਪਣਾ ਪਰਸ ਆਣ ਕੇ ਸਟੇਜ ਤੋਂ ਪ੍ਰਾਪਤ ਕਰ ਲਓ। ਮਹਾਰਾਜ ਜੀ ਕਿਰਪਾ ਕਰਨ। ਬਹੁਤ ਸਾਰਿਆਂ ਵੀਰਾਂ ਵੱਲੋਂ ਸਤਿਕਾਰ ਪਿਆਰ ਮਾਇਆ ਆਈ ਆ, ਬੀਬੀਆਂ ਵੱਲੋਂ ਆਸ਼ੀਰਵਾਦਾਂ ਆਈਆਂ। ਸਾਂਝੀ ਅਰਦਾਸ ਕਰ ਲਈਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। 4 ਸਾਡੇ ਕੋਲ ਨਾਰੇ ਹੈ, ਪਰ ਚਾਰੇ ਨਾਰਿਆਂ ਨੂੰ ਬੁਲਾਉਣ ਲੱਗੇ ਅੱਧੇ ਕੁ ਬੰਦੇ ਗੁਰੇਜ਼ ਕਰ ਜਾਂਦੇ। ਇੱਕ ਸਤਨਾਮ ਵਾਹਿਗੁਰੂ। ਆ ਰਾਤੀ ਜਦੋਂ ਅਸੀਂ ਆਏ ਨਾ ਤੇ ਮਹਾਂਪੁਰਖ ਜਪਾ ਰਹੇ ਸੀ, ਆਓ ਸਾਰੇ ਇੱਕ ਵਾਰ ਜਪ ਲਈਏ। ਬਾਬਾ ਜੀ ਜਪਾ ਰਹੇ ਸਨ, ਉਹ ਬੜੀ ਮਿੱਠੀ ਧੁਨ, ਉਹ ਬੜੀ ਪਿਆਰੀ ਧੁਨ। ਜਿਹੜੇ ਵੀ ਤੁਸੀਂ ਡੇਰੇ ਵਿੱਚ ਜਾਓਗੇ ਨਾ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਮੁਖ ਵਿੱਚੋਂ ਸ਼ਾਮ ਨੂੰ ਵੀ ਤੇ ਸਵੇਰੇ ਵੀ ਇੱਕ ਧੁਨ ਨਿਕਲਦੀ ਹੈ। ਆਓ ਜਪ ਲਓ, ਸਾਰੇ ਪਾਪ ਝੜ ਜਾਣਗੇ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
हर कार सेवा वाले डेरे विचों निकलदी है। ते मैं ये गल विश्वास नाल कह सकदा भई जे मनुख अंदरों जप ले, अंदरों असीं जपदे नहीं, इत्थे भी जिन्ने आपां बैठे ना अद्धियां किते मन च आ जांदा भी अगे नहीं सुनिया, ये अगे नहीं कदे पढ़िया, पर जे किते अंदरों पढ़ लईए ते सतनाम वाहिगुरू कहण दे नाल मनुख दे पाप चढ़ जांदे आ। गज के आखो जी सतनाम श्री वाहिगुरू। ते दूजा नारा केड़ा, नानक नाम चढ़दी कला तेरे भाणे सरबत दा भला। 2000 धर्म वसदा 2000, पर किसी ने भी ये नहीं जपिया, केवल ते केवल बाबे नानक दे धर्म ने ये नारा लाया, सारियां दा भला मंगिया। ते तीजी साडे कोल की है, तीजी आ साडे कोल फतेह। महाराज गुरु गोबिंद सिंह ने आख्या सी वाहेगुरु जी का वाहेगुरु जी की। महाराज कहंदे वाहेगुरु दा ही खालसा है ते वाहेगुरु दी ही फतेह है, जित भी वाहेगुरु दी है। ते चौथा साडे कोल जकारा है जिहड़ा असां गज के लाउणा है, सारियां दी तुहाडी सेवा प्रवान हो सके गज के चढ़दी कला विच, जिहड़ा गुरु गोबिंद सिंह ने महाराज सच्चे पातशाह साडे ते किरपा कीती। आ कई वारी असी जकारा बोलते हैं पर सानू पता नहीं जकारे का भाव अर्थ की है। महाराज कहते जिहड़ा बोलेगा उन्हें निहाल हो जाना है, ते फिर बोलना की है, सत श्री अकाल। आ जरा गूंजा पाओ तुहाडी सेवा प्रवान हो सके। बोले सो निहाल सत श्री अकाल। चार चीजा महाराज सानू बख्शिश की, मजनू के टले उत्ते पहुंचा गुरु का खालसा। चेते रखो इत्थे सिख सरदारां ने विਉਂਤ बनाई, शाह आलम ने अपना वजीर भेजिया, ओदा नाम है आजम गहर वजीर। ते आण के पता की कहंदा, कहंदा ਸਿੰਘੋ पंजाब की धरती विचों आ गए हो, इक्को एक गल है, कहंदा जे ते वापस चले जाओ ते बच जाओगे। अज भी तो मोदी होनी इहो ही कहंदे हैं ना भई चले जाओ चले जाओ, पर सिंह सरदार कहंदे आ कि असीं डट के आ बार्डरां उत्ते बह के अपने हक लैके फिर वापस जावांगे। अज वो सरदार उसे ही सिंघां सूरमियां दे कारनामिਆਂ नूं चेते रख के बैठे है। कोई बुजदिल नहीं बैठे, कोई कैर नहीं बैठे, डरपोक नहीं। वो चढ़दी कला वाले सूरमे अज भी अपने हक लैण वास्ते बैठे है। मैं दस रहा मजनू के टिले विच बैठा गुरु का खालसा। अरदास आपां सारियां ने करनी है। वीरां ने मैनूं हुक्म भी लाया सीगा बाहर भई किसान वीरां दी चढ़दी कला लई जरूर अरदास करियो। ते साडा फर्ज बनदा, मैं भी किसान दा पुੱਤ हां, तुसीं भी किसान बैठे हो। जे साडियां जमीनां ही ना रहियां, जे साडे घर ही ना रहे, जे साडे कोलों सारा हक हकूक ही खो लिया किसानी दा, ते साडे कोल बचिया की? मसला किसानी दा नहीं होंद दा, मसला साडी अणख ते गैरत दा, मसला आउण वालियां पीढ़ियां दा, मसला रोटी दा। कई मैनूं लाले पुछदे आ पिंडां विचों असीं आउणे शहरां विच सौदा लैण, वो कहंदे यारो तुहानूं की तकलीफ है, तुसीं उत्थे जाके बैठे हो, सरकार ने तो तुहाडे हक विच बिल पास कर दित्ते। मैं कहा तुसां पढ़े है? वो उल्टा सवाल करदे तुसां पढ़े है? मैं कहा जी असां ते चंगी तरह पढ़े आ, तुसां नहीं पढ़े। जे साडी जेब च कुछ होया ते लालिया तेरी दुकान भी खुलदी रहेगी, तेरा कपड़ा भी विकदा रहेगा, ते जे साडे कोल ही कख ना रहा ते तेरे सूट किन्ने लैणे आ? सनियारे दी दुकान दा तां दरवाजा खुलेगा जे साडी जेब विच कुछ होवेगा, ते जे जट दी जमीन विक गई ना रही, इहनूं ही कंगाल बनाता सरकारां ने। ते वड्डियां वड्डियां इंडस्ट्रियां, वड्डे वड्डे कारखाने, वड्डियां वड्डियां दुकानां सदा वास्ते तबाह हो जाणगे, सब कुछ खत्म हो जाएगा। आओ अरदास करिए मेरे देश का किसान जित के आवे, पर जितेगा पता कितना? घरे बह के नहीं जितेगा, आपां एक मुठ हो के उन्हां वीरां दा साथ दईए, उत्थे जाके मोर्चा विच हाज़री भरीए, फिर आपां जितांगे। फिर हराउण वाला कोई भी नहीं जम्मिया। सरकार तो हिली पई है, पर सिर्फ 26 तरीक नूं सानूं 2 हिस्सिਆਂ 'ਚ कर दिता है। ਉਹਦੇ करके असीं थोड़े जे भज आए हैं, पर बाबा जी डटे बैठे हैं, अजे भी उत्थे ही है चढ़दी कला विच। भजना नहीं, अपना हक शांतमई रह के लै सकते हैं। हर बंदे नूं अधिकार है,
ਸ਼ਾਂਤਮਈ ਕੋਈ ਵੀ ਰਹਿ ਕੇ ਅੰਦੋਲਨ ਕਰ ਸਕਦਾ ਹੈ, ਕੋਈ ਵੀ ਪ੍ਰੋਟੈਸਟ ਕਰ ਸਕਦੇ ਹਾਂ ਅਸੀਂ। ਸੋ ਅੱਜ ਵੀ ਉਹਨਾਂ ਵੀਰਾਂ ਦੀ ਚੜ੍ਹਦੀ ਕਲਾ ਲਈ ਆਪਾਂ ਸਾਰੇ ਅਰਦਾਸ ਕਰੀਏ। ਜਕਾਰਾ ਰਣਜੀਤ ਸਿੰਘ ਨੇ ਲਾ ਦੇਣਾ, ਉਸਾਂ ਸਾਰਿਆਂ ਉੱਚੀ ਬਾਂਹ ਕਰਕੇ ਜਕਾਰਾ ਲਾਉਣਾ। ਜਿਹੜੇ ਚਾਹੁੰਦੇ ਭਈ ਕਿਸਾਨ ਜਿੱਤ ਕੇ ਆਵੇ, ਅੰਨਦਾਤੇ ਦੀ ਸੁੱਖ ਮੰਗਦੇ ਆ, ਉਹਦੀ ਜਿੱਤ ਵਾਸਤੇ ਅਰਦਾਸ ਜਕਾਰੇ ਵਿੱਚ ਕਰੀਏ। ਆਓ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਕਰੇ ਕਿਰਪਾ। ਆ ਮਜਰੂ ਕੇ ਟੱਲੇ ਉੱਤੇ ਖਲੋਤਾ ਗੁਰੂ ਕਾ ਖਾਲਸਾ ਆਇਆ ਆਜਮ ਗੌਹਰ ਵਜ਼ੀਰ, ਕਹਿੰਦਾ ਸਿੰਘੋ ਜੇ ਚਾਹੁੰਦੇ ਹੋ ਤੇ ਵਾਪਸ ਪੰਜਾਬ ਨੂੰ ਚਲੇ ਜਾਓ, ਤੁਸੀਂ ਦਿੱਲੀ ਵੱਲ ਨੂੰ ਮੂੰਹ ਨਹੀਂ ਕਰ ਸਕਦੇ। ਆਹ ਸਾਹਮਣੇ ਤਖਤ ਹੈ, ਦਿੱਲੀ ਦਾ ਕਿਲਾ ਹੈ, ਉਹਦੇ ਵਿੱਚ ਬੈਠਾ ਸ਼ਾਹ ਆਲਮ, ਤੇ ਤੁਹਾਡੇ ਵਿੱਚ ਇਹ ਜੁਰਤ ਹੀ ਨਹੀਂ ਕਿ ਤੁਸੀਂ ਹਮਲਾ ਕਰ ਸਕੋ। ਏਡੀਆਂ ਵੱਡੀਆਂ ਫੌਜਾਂ, ਏਡੇ ਵੱਡੇ ਹਥਿਆਰ, ਤੇ ਤੁਸੀਂ ਲੈ ਕੇ ਆ ਗਏ ਤਲਵਾਰਾਂ, ਨੇਜੇ ਬਰਛੇ, ਤੇ ਮੱਲਣ ਦਿੱਲੀ ਦਾ ਤਖਤ ਆ ਗਿਆ। ਗੁਰੂ ਕਾ ਖਾਲਸਾ ਕਹਿੰਦਾ ਅਸੀਂ ਤਖਤ ਮੱਲਣ ਨਹੀਂ ਆਏ, ਅਸੀਂ ਆਏ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਘਰ ਬਣਾਉਣ ਵਾਸਤੇ। ਅਸੀਂ ਆਏ ਆ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਘਰ ਬਣਾਉਣ ਵਾਸਤੇ। ਅਸੀਂ ਤੇ ਆਪਣੇ ਗੁਰਧਾਮਾਂ ਦੀ ਉਸਾਰੀ ਕਰਨ ਵਾਸਤੇ ਆਏ। ਇਹ ਆਜ਼ਮ ਗੌਹਰ ਵਜ਼ੀਰ ਜਾ ਕੇ ਬਾਦਸ਼ਾਹ ਨੂੰ ਦੱਸਦਾ, ਫੌਜਾਂ ਨੇ ਕਰ ਲਈ ਹੈ ਤਿਆਰੀ, 4 ਚੁਫੇਰਿਓਂ ਸਿੰਘਾਂ ਉੱਤੇ ਹਮਲੇ ਦੀ ਤਿਆਰੀ ਹੋ ਗਈ ਹੈ। ਇਧਰ ਗੁਰੂ ਕਾ ਖਾਲਸਾ ਬਾਬਾ ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਸਿੰਘਾਂ ਸੂਰਮਿਆਂ ਨੇ ਆਪਣੇ ਸਿੱਖ ਸਰਦਾਰਾਂ ਨੂੰ ਵੰਡ ਕੇ 3 ਹਿੱਸਿਆਂ ਵਿੱਚ ਆ ਦਿੱਲੀ ਦੇ ਤਖਤ ਉੱਤੇ ਕਬਜ਼ਾ ਕਰਨ ਵਾਸਤੇ ਗੁਰੂ ਕਾ ਖਾਲਸਾ ਹਮਲਾ ਕਰਨ ਲੱਗਾ। कोई किसी को राज न दे हैं, जो ले हैं निज बल से ले हैं। कोई किसी नूं राज भाग थाली विच परोस के नहीं दिंदा, ਇਹ ਲੈਣਾ ਪੈਂਦਾ ਤੇ ਜੁਰਤ ਨਾਲ ਲੈਣਾ ਪੈਂਦਾ। ਆ ਤੱਕਿਓ ਜਰਾ, ਸਾਡੇ ਵੱਡਿਆਂ ਵਡੇਰਿਆਂ ਨੇ ਕਰਕੇ ਤਿਆਰੀਆਂ, ਸਿੱਖ ਸਰਦਾਰਾਂ ਨੇ ਆਪਣੇ ਸ਼ਸਤਰ ਸਾਨ ਉੱਤੇ ਲਾ ਕੇ ਚਮਕਾ ਕੇ ਆ ਮੁਗਲੀਆ ਮਹੱਲਾ ਉੱਤੇ ਲੱਗੇ ਨੇ ਹਮਲਾ ਕਰਨ। ਇੱਕ ਪਾਸੇ ਦਿੱਲੀ ਦਾ ਤਖਤ ਤੇ ਦੂਜੇ ਪਾਸੇ ਪੰਜਾਬ ਦੇ ਅਣਖੀਲੇ ਜਰਨੈਲ ਸਿੰਘਾਂ ਸੂਰਮੇ ਛੱਡੇ ਜਕਾਰੇ ਪਈ ਮਾਰ ਕੇ ਲਲਕਾਰੇ। ਪੜਿਆ ਮਰਦਾਂ ਨੇ ਮੁਖ ਵਿੱਚੋਂ ਗਗਨ ਦਮਾਮਾ ਬਾਜਿਓ, ਪਰ ਉਹ ਨਿਸ਼ਾਨੇ ਕਾਹੋ ਖੇਤ ਚੋਂ ਮੰਡਿਓ ਸੂਰਮਾ। ਆਪ ਜੂਜਨ को दाव कह के कहरी हमला चोटा मार के जड़े सूर में नगारे चोटा मार के दिल मरदा दे मरने दा जा खंडे खिचले में अन्ना विचों सिंगां ने विचों सिंगां ने तीर योधियां ने टुप के जगा तड़ा तड़ तो पा चलियां मैदान च।
ਤੇ ਤਲਵਾਰ ਢਾਲ ਚੁੰਮਦੀ ਦਿੱਤੇ ਵਹਿਣ ਸਿੰਘਾਂ ਖੂਨ ਦੇ ਵਹਾ ਘੋੜੇ ਵਧੀ ਜਾਂਦੇ ਲੋਥਾਂ ਨੂੰ ਲਤਾੜਦੇ ਘੋੜੇ ਵਧੀ ਜਾਂਦੇ ਲੋਥਾਂ ਨੂੰ ਲਤਾੜਦੇ ਰਹੀਆਂ ਰਾਈਫਲਾਂ ਕੜਾ ਕੇ ਜੰਗ ਪਾ ਬਗੇਲ ਸਿੰਘਿਆ ਹੋ ਮੇਰੀ ਦਾਦਿਓ ਬਗੇਲ ਸਿੰਘਿਓ ਦਾ ਗੱਜਿਆ ਮੈਦਾਨ 'ਚ ਹੋ ਫੌਜ ਵੈਰੀਆਂ ਦੀ ਕਰਦੀ ਤਬਾਹ ਬਗੇਲ ਸਿੰਘਿਓ ਦਾ ਗੱਜਿਆ ਮੈਦਾਨ 'ਚ ਸਿੰਘਿਓ ਦਾ ਗੱਜਿਆ ਮੈਦਾਨ 'ਚ ਹੋ ਫੌਜ ਵੈਰੀਆਂ ਦੀ ਕਰਦੀ ਤਬਾਹ ਫੱਟ ਛਾਤੀਆਂ 'ਚ ਆਵੋ ਸਾਵੇਂ ਮਾਰਦੇ ਛਾਤੀਆਂ 'ਚ ਆਵੋ ਸਾਵੇਂ ਮਾਰਦੇ ਹੋ ਰਹੇ ਦੇਸ਼ੀ ਤੋਂ ਤੜੀ ਕਮਾ ਜਿੱਤ ਪਾਰਸਾਂ ਦੀ ਸ਼ਰੇਆਮ ਦਿਸਦੀ ਪਾਰਸਾਂ ਦੀ ਸ਼ਰੇਆਮ ਦਿਸਦੀ ਉਹ ਗੜ ਗੱਜ ਲਿਖ ਦੇਣਗੇ ਸੁਣਾ ਯਾਦ ਰਹਿੰਦੀਆਂ ਬਹਾਦਰਾਂ ਤੇਰੀਆਂ ਜੱਗ ਵਿੱਚ ਰਹਿੰਦੀਆਂ ਬਗੇਲ ਸਿੰਘਾਂ ਤੇਰੀਆਂ ਹਾਂ ਜੀ ਹਾਂ ਵਾਰਾਂ ਤੁਰੀਆਂ ਜਾਣ ਹਾਂ ਦੋਹਾਂ ਦਲਾਂ ਦੇ ਸੂਰਮੇ ਰਣ ਅੰਦਰ ਜੁੱਟੇ ਉੱਥੇ ਤੀਰ ਧਿਆਏ ਰੱਤ ਦੇ ਚਿਲਿਆਂ ਤੋਂ ਛੁੱਟੇ ਕਈ ਹਿੱਕਾਂ ਹੋ ਗਈਆਂ ਛਾਨਣੀ ਕਈ ਮੱਥੇ ਫੁੱਟੇ ਉੱਥੇ ਸੀਸ ਧੜਾਂ ਤੋਂ ਉੱਡ ਗਏ ਧੜ ਰਹਿ ਗਏ ਬੁੱਟੇ ਗਹਿ ਗੱਜ ਤਲਵਾਰਾਂ ਚੱਲੀਆਂ ਮਾਵਾਂ ਦੇ ਲਾਲ ਧਰਤੀ ਉੱਤੇ ਡਿੱਗਣ ਲੱਗੇ ਪਰ ਜਦੋਂ ਇਹ ਲੜਾਈ ਜੋਬਨ ਤੇ ਹੋ ਰਹੀ ਸੀ ਨਾ ਉਦੋਂ ਸ਼ਾਹ ਆਲਮ ਦੇ ਇਸ਼ਾਰੇ ਨਾਲ ਆ ਸੁਣਿਓ ਧਿਆਨ ਨਾਲ ਗੱਲ ਉਦੋਂ ਬਣਦੀ ਆ ਜਦੋਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਏ ਹੱਥ ਜੋੜਿਆ ਕੋਈ ਨਹੀਂ ਜੇ ਛੱਡਦਾ ਤੁਹਾਡੇ ਘਰ ਤੇ ਕੋਈ ਕਰ ਦੇਵੇ ਹਮਲਾ ਸਿੱਖ ਬਣਾਇਆ ਹੈ ਸਿੱਖ ਸਾਜਿਆ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਬਾਣੀ ਪੜਨ ਵਾਸਤੇ ਸਿੰਘ ਤਿਆਰ ਕੀਤਾ ਹਰ ਵੇਲੇ ਸੇਵਾ ਕਰਨ ਵਾਸਤੇ ਪਰ ਨਾਲ ਹੀ ਮਹਾਰਾਜ ਨੇ ਵੀ ਗੱਲ ਕਹੀ ਹੈ ਕਿ ਜਦੋਂ ਕੋਈ ਤੇਰੀ ਗੈਰਤ ਤੇ ਸੱਟ ਮਾਰੇ ਜਦੋਂ ਕੋਈ ਤੇਰੀ ਅਣਖ ਨੂੰ ਵੰਗਾਰੇ ਉਦੋਂ ਕੱਲਾ ਮਾਲਾ ਨਾ ਫੇਰਦਾ ਰਹਿ ਜਾਵੀਂ ਉਦੋਂ ਕੱਲਾ ਭਜਨ ਬੰਦਗੀ ਨਾ ਕਰਦਾ ਰਹਿ ਜਾਵੀਂ महाराज कहते चू कार जहमा हिलते दर गुजस्त हलाल अस्त बुरदन बा शमशीर दस्त उदों तलवार दे कब्जे नूं हथ पा लियो सिंगा जदों को तेरी गैरत ते सट मारे ते जे कोई हमला कर दे तुहाडे ते की इहनूं अगों माला मारोगे कि जां उहदे सामने पोथी खोल के पाठ कर लग जाओगे उदों तलवार उठाउणी पवेगी गल नूं थोड़ा समझना पवेगा एक है शास्त्र शास्त्र दा अर्थ हुंदा है ग्रंथ वीर बैठे सत्कारयोग वीर हरदीप सिंह इत्थे कथा करने वाले इस स्टेज नूं चलाउण वाले महापुरखां दे साजे नवाजे विद्वानां नूं पता है एक शास्त्र है एक शस्त्र है शास्त्र दा मतलब है तलवार खंडा नेजा बरछा बंदूक ते शास्त्र दा मतलब है धार्मिक पवित्र बाणी ग्रंथ पोथी साहब जिन्हां तो असी सिक्ख्या लई ते शस्त्र वो जिहदे नाल असी जंग विच दुश्मन दे नाल लोहा लईंदे ये सूरमे अज शास्त्र दी ओट लैके शस्त्र चला रहे सन ते आजमगौर वजीर ने किले दी कंध उत्ते चढ़ के चिट्टे रंग दा झंडा चला दिता चिट्टे रंग दा झंडा ओ सिखो रुक जाओ दिल्ली शांति चाहती है दिल्ली अमन चाहती है दिल्ली तुहाडे अगे बाहां खड़ियां करके असी हार कबूल करते हैं
ਅਸੀਂ ਹਾਰੇ ਤੇ ਤੁਸੀਂ ਜਿੱਤੇ। आओ शाह आलम ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਗੱਲ ਅੱਜ ਪਤਾ ਲੱਗ ਗਿਆ ਦਿੱਲੀ ਨੂੰ ਭਈ ਇਹ ਸਿੰਘ ਗੁਰੂ ਕੇ ਖਾਲਸੇ ਆਏ ਆ, ਭੱਜਣ ਵਾਲੇ ਨਹੀਂ ਆਏ। ਇਹ ਰਣ ਮੈਦਾਨ ਵਿੱਚ ਆਪਣੇ ਹੱਕ ਲੈਣੇ ਜਾਣਦੇ ਆ। ਸਿੰਘ ਸਰਦਾਰ ਉਹਨਾਂ ਨੇ ਇੱਕ ਵਾਰ ਇਸ਼ਾਰਾ ਕੀਤਾ, ਜੰਗ ਰੁਕ ਗਈ। ਜੰਗ ਰੁਕ ਗਈ ਤੇ ਸ਼ਾਹ ਆਲਮ ਨੇ ਸੁਨੇਹਾ ਭੇਜਿਆ, ਆਖਿਆ ਆ ਕੇ ਗੱਲ ਕਰ ਲਓ। ਜਦੋਂ ਆਖਿਆ ਨਾ ਆ ਕੇ ਗੱਲ ਕਰ ਲਓ ਤੇ ਫਿਰ ਬਾਬਾ ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਤੁਰਨ ਲੱਗੇ ਆ ਵਿਚਾਰਾਂ ਦੀ ਜੰਗ ਹੋਣ ਲੱਗੀ ਹੈ। ਇੱਕ ਗੱਲ ਚੇਤੇ ਰੱਖਣ ਮੇਰੇ ਨੌਜਵਾਨ ਵੀਰ, ਬਜ਼ੁਰਗਾਂ ਨੂੰ ਪਤਾ ਹੈ ਪਰ ਨੌਜਵਾਨ ਕਈ ਵਾਰੀ ਅਸੀਂ ਇਤਿਹਾਸ ਤੋਂ ਵਾਂਝੇ ਰਹਿ ਜਾਂਦੇ। ਭੈਣਾਂ ਦੇ ਵੀ ਗੱਲ ਚੇਤੇ ਰੱਖਣ ਵਾਲੀ ਹੈ। ਇੱਕ ਜੰਗ ਹੋਈ ਆ ਵਿਚਾਰਾਂ ਦੀ, ਗੱਲਾਂ ਬਾਤਾਂ ਦੀ। ਇੱਕ ਜੰਗ ਵਿਚਾਰਾਂ ਦੀ ਤੇ ਦੂਜੀ ਜੰਗ ਹਥਿਆਰਾਂ ਦੀ। ਵਿਚਾਰਾਂ ਦੀ ਜੰਗ ਕਦੋਂ ਸ਼ੁਰੂ ਹੋਈ? ਆ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਦਰਬਾਰ ਹੈ, ਇੱਥੇ ਵਿਚਾਰ ਨਾਲ ਢਾ ਲਿਆ ਵੱਡੇ ਵੱਡੇ ਜਰਵਾਣਿਆਂ ਨੂੰ। ਬਾਬੇ ਨੂੰ ਭਾਵੇਂ ਵਿਕਣਾ ਪੈ ਗਿਆ, ਭਾਵੇਂ ਰੇਲਖੰਡ ਦੀ ਧਰਤੀ ਅੰਦਰ ਕਿਸੇ ਦਾ ਵਰਦਾ ਬਣ ਕੇ ਸਿਰ ਤੇ ਗਾਗਰ ਚੁੱਕਣੀ ਪੈ ਗਈ ਪਾਣੀ ਦੀ, ਪਰ ਤਲਵਾਰ ਨਹੀਂ ਚਲਾਈ, ਵਿਚਾਰ ਦੀ ਜੰਗ ਕੀਤੀ। ਭਾਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਤਨ ਬਦਨ ਉੱਤੇ ਬਹੁਤ ਵੱਡਾ ਕਸ਼ਟ ਸਹਾਰਨਾ ਪਿਆ, ਜਿੱਥੇ ਤੁਸੀਂ ਬੈਠੇ ਚੌਂਕੜਾ ਮਾਰ ਕੇ, ਪਰ ਇਸ ਧਰਤੀ ਅੰਦਰ ਵਿਚਾਰਾਂ ਦੀ ਜੰਗ ਹੋਈ ਹੈ। ਇੱਥੇ ਵਿਚਾਰਾਂ ਦੀ ਜੰਗ ਨਾਲ ਮੇਰੇ ਬਾਬੇ ਨਾਨਕ ਨੇ ਫਤਿਹ ਪ੍ਰਾਪਤ ਕਰ ਲਈ। ਗੱਜ ਕੇ ਆਖੋ ਸਤਨਾਮ। ਵਿਚਾਰਾਂ ਦੀ ਜੰਗ ਵਿੱਚ ਵੀ ਬਾਬੇ ਨਾਨਕ ਨੇ ਫਤਿਹ ਪ੍ਰਾਪਤ ਕੀਤੀ। ਆਹ ਨਾਨਕ ਮਤਾ ਸਾਹਿਬ ਦੀ ਧਰਤੀ, ਉੱਥੇ ਹਥਿਆਰਾਂ ਦੀ ਜੰਗ ਨਹੀਂ ਹੋਈ, ਉੱਥੇ ਵੀ ਸਿੱਧਾ ਉੱਤੇ ਵਿਚਾਰਾਂ ਦੀ ਜੰਗ ਵਿੱਚ ਬਾਬੇ ਨਾਨਕ ਨੇ ਫਤਿਹ ਪ੍ਰਾਪਤ ਕੀਤੀ। ਭਾਵੇਂ ਰੀਠਾ ਸਾਹਿਬ ਚਲੇ ਜਾਓ, ਸਾਰੀ ਆਪਣੀ ਸੰਪਰਦਾ ਨੂੰ ਇਹ ਮਾਣ ਹੈ, ਇਹਨਾਂ ਮਹਾਂਪੁਰਖਾਂ ਨੂੰ ਸੀ ਝੁਕਦਾ। ਆ ਯੂਪੀ ਦੇ ਜੰਗਲਾਂ ਵਿੱਚ ਮੰਗਲ ਲਾ ਦਿੱਤੇ। ਉਹ ਕੁੜਿਆਲਾ ਘਾਟ ਮੈਂ ਗਿਆ ਦਰਸ਼ਨ ਕਰਨ ਵਾਸਤੇ ਤੇ ਕੋੜੇ ਨੂੰ ਦਰਸ਼ਨ ਦੇ ਕੇ ਵਿਚਾਰਾਂ ਨਾਲ ਜਿੱਤ ਲਿਆ ਮੇਰੇ ਬਾਬੇ ਨਾਨਕ ਨੇ ਸਾਰੇ ਇਲਾਕੇ ਨੂੰ। ਅੱਜ ਦੁਨੀਆ ਦੇ ਲੋਕ ਉਹਨਾਂ ਦੇ ਚਰਨਾਂ ਵਿੱਚ ਝੁਕਦੇ ਆ। 1469 ਨੂੰ ਜੰਗ ਸ਼ੁਰੂ ਹੋਈ ਵਿਚਾਰਾਂ ਦੀ ਤੇ ਮੁੱਕੀ ਕਦੋਂ? 30 ਮਈ 1606 ਈਸਵੀ ਨੂੰ। 30 ਮਈ 1606 ਈਸਵੀ ਨੂੰ ਇਹ ਜੰਗ ਸਮਾਪਤ ਹੋ ਗਈ। ਕਿਉਂ? ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਚਾਰਾਂ ਦੀ ਜੰਗ ਲੜਦਿਆਂ ਸ਼ਹੀਦੀ ਦੇ ਗਏ। ਜਦੋਂ ਵਿਚਾਰਾਂ ਦੀ ਜੰਗ ਲੜਦਿਆਂ ਦੁਸ਼ਮਣ ਮਿੱਤ ਨਾ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਫਿਰ ਦੋ ਤਲਵਾਰਾਂ ਪਹਿਨਣੀਆਂ ਪਈਆਂ, ਦੋ, ਇੱਕ ਮੀਰੀ ਦੀ ਤੇ ਦੂਜੀ ਪੀਰੀ ਦੀ। ਉਹ ਤਲਵਾਰਾਂ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗ ਕੀਤੇ। ਫਿਰ ਉਹਨਾਂ ਦੇ ਪੋਤਰੇ ਨੂੰ ਵੀ ਹਥਿਆਰਾਂ ਦੀ ਜੰਗ ਲੜਨੀ ਪਈ, ਪਰ ਜਿਨ੍ਹਾਂ ਦੀ ਮੈਂ ਬੇਨਤੀ ਕਰ ਰਿਹਾ ਨਾ, ਗੁਰੂ ਤੇਗ ਬਹਾਦਰ ਸਾਹਿਬ ਨੇ ਵਿਚਾਰਾਂ ਦੀ ਜੰਗ ਨਾਲ ਹੀ ਫਤਿਹ ਪ੍ਰਾਪਤ ਕੀਤੀ ਸੀ। ਉੱਥੇ ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਪਵਿੱਤਰ ਸਥਾਨ ਬੰਗਲਾ ਸਾਹਿਬ ਬਣਾਉਣਾ, ਸੀਸਗੰਜ ਸਾਹਿਬ ਬਣਾਉਣਾ, ਰਕਾਬਗੰਜ ਸਾਹਿਬ ਬਣਾਉਣਾ, ਜਿੱਥੇ ਅੱਜ ਸੇਵਾਵਾਂ ਚੱਲ ਰਹੀਆਂ ਬਾਬਾ ਬਚਨ ਸਿੰਘ ਹੋਰਾਂ ਦੀਆਂ। ਮੈਂ ਬੇਨਤੀ ਉਸੇ ਇਤਿਹਾਸ ਨਾਲ ਜੋੜ ਕੇ ਕਰ ਰਿਹਾ। ਸਿੰਘ ਖਾਲਸੇ ਤਿਆਰ ਹੋਏ ਤੇ ਬਾਬਾ ਬਘੇਲ ਸਿੰਘ ਚਿੱਟੇ ਘੋੜੇ ਤੇ ਸਵਾਰ ਹੋਇਆ। ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਚੜਤ ਸਿੰਘ, ਸਰਦਾਰ ਲਹਿਣਾ ਸਿੰਘ, ਸੋਧਾ ਸਿੰਘ, ਇਹ ਸਰਦਾਰ ਦੁਲਚਾ ਸਿੰਘ, ਰੰਗਰੇਟੇ ਸਿੰਘਾਂ ਨੇ ਵੀ ਬਹੁਤ ਵੱਡੀ ਕੁਰਬਾਨੀ ਕੀਤੀ ਨਾਲ ਗੁਰੂ ਕੇ ਖਾਲਸੇ ਦੇ। ਆ ਤੁਰੇ ਜਾਂਦੇ ਆ, ਕਵਿਤਾ ਬੜੀ ਪਿਆਰੀ ਹੈ, ਸੁਣਨ ਵਾਲੀ ਹੈ। ਸ਼ਾਹ ਆਲਮ ਨੂੰ ਮਿਲਣ ਵਾਸਤੇ ਸਿੰਘ ਕਿੱਡੀ ਸ਼ਾਨ ਨਾਲ ਤੁਰਨ ਲੱਗਿਆ ਕਿਲੇ ਵੱਲ ਨੂੰ, ਤੇ ਬੈਠਾ ਕਿਲੇ ਵਿੱਚ ਬਾਦਸ਼ਾਹ ਉਹ ਉਡੀਕ ਕਰ ਰਿਹਾ ਤੇ ਆਪ ਉੱਠ ਕੇ ਬਾਹਰਲੇ ਦਰਵਾਜ਼ੇ ਤੱਕ ਆਉਂਦਾ ਵੀ ਸਿੰਘ ਆ ਰਹੇ ਮੈਂ ਲੈਣ ਵਾਸਤੇ ਜਾਣਾ। ਗੱਲ ਉਦੋਂ ਬਣਦੀ ਹੈ ਜਦੋਂ ਕੋਈ ਤੇਰੀ ਉਡੀਕ ਕਰਦਾ ਹੋਵੇ। ਉਹ ਗੱਲ ਉਦੋਂ ਬਣਦੀ ਹੈ ਜਦੋਂ ਸਾਹਮਣੇ ਮਿਲਣ ਵਾਲੇ ਦੇ ਮਨ ਅੰਦਰ ਇੱਕ ਬਹੁਤ ਵੱਡੀ ਉਤਸੁਕਤਾ ਪੈਦਾ ਹੋਵੇ। ਜਦੋਂ ਉਹਦੇ ਮਨ ਅੰਦਰ ਇਹ ਚਾਅ ਚੜ ਜਾਵੇ ਵੀ ਮੈਨੂੰ ਅੱਜ ਕੋਈ ਮਿਲਣ ਵਾਸਤੇ ਆ ਰਿਹਾ। ਦੋ ਗੱਲਾਂ ਨਾ ਆਉਂਦਾ, ਜਾਂ ਤੇ ਕਿਸੇ ਵੱਡੇ ਦਾ ਭੈ ਮੰਨ ਕੇ ਤੇ ਜਾਂ ਫਿਰ ਚਾਅ ਕਰਕੇ ਆਉਂਦਾ। ਆ ਭੈ ਮੰਨ ਗਿਆ ਗੁਰੂ ਕੇ ਖਾਲਸੇ ਦਾ। ਸੁਣ ਲਿਓ, ਘੋੜਿਆਂ ਤੇ ਹੋ ਕੇ ਸਵਾਰ ਗੁਰੂ ਕੇ ਖਾਲਸੇ ਜੰਗ ਬੰਦ ਕਰ ਦਿੱਤੀ ਹਥਿਆਰਾਂ ਦੀ। ਹੁਣ ਵਿਚਾਰਾਂ ਦੀ ਜੰਗ ਹੋਣ ਲੱਗੀ ਹੈ। ਬਾਬਾ ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਆਪਣੇ ਸਾਥੀ ਸਿੰਘਾਂ ਨੂੰ ਲੈ ਕੇ ਚੀਨਿਆਂ ਚਿੱਟਿਆਂ ਘੋੜਿਆਂ ਤੇ ਹੋ ਕੇ ਸਵਾਰ ਸ਼ਾਹ ਆਲਮ ਬਾਦਸ਼ਾਹ ਨੂੰ ਮਿਲਣ ਵਾਸਤੇ ਹਾਥੀ ਦੀਆਂ ਭਾਰੀਆਂ ਵਿੱਚ ਬਹਿ ਕੇ ਸਿੱਖ ਸਰਦਾਰ ਜਿਵੇਂ ਮਿਲਣ ਵਾਸਤੇ ਜਾ ਰਹੇ ਆ।
ਆ ਸ਼ਾਹ ਆਲਮ ਨਾਲ ਮੁਲਾਕਾਤ ਹੋਣ ਲੱਗੀ ਹੈ। ਸਿੰਘ ਆਪਣੇ ਹੱਕ ਕਿਵੇਂ ਲੈਣ ਲੱਗੇ ਆ, ਸਰਵਣ ਕਰਕੇ ਚੱਲਿਓ। ਦਿੱਲੀ ਦੀ ਧਰਤੀ ਅੰਦਰ ਬਾਦਸ਼ਾਹ ਸ਼ਾਹ ਆਲਮ ਨੂੰ ਮਿਲਣ ਵਾਸਤੇ ਗੁਰੂ ਕਾ ਖਾਲਸਾ ਹੈ ਇੰਜ ਜਾ ਰਿਹਾ। समाप्ति करनी है। अजे तो सिंह अपने हक लैन वास्ते चले है, अजे तो मुलाकात होनी है बादशाह नाल, ते फिर किहड़ी विचार होगी वो तुहानूं दस के खिमा मंगनी है। महापुरख लंबा समा बह के संगत विच आप सुन के प्यार दे के हाजरी भर के जा रहे, बस तुसां सारे टेक के बड़े प्यार नाल सरवण करना। आओ वेखिए कौमी जथेदार हो के हाथियों ते घोड़ियां ते सवार और दिल्ली दरबार वालों मार्च इंज करते जा रहे सन। बघेल सिंह हाथी उत्ते सवार सी, चढ़े घोड़ियां ते सिंह सरदार सी। बघेल सिंह हाथी उत्ते सवार सी, चढ़े घोड़ियां ते सिंह सरदार सी। पिछे पिछे शाही एलकार सी, पीछे पीछे शाही एलकार सी। वेख खालसे दी शान दंग रह गया जहान, ओ वेख खालसे दी शान दंग रह गया जहान। सिर झुकदे सी नाल सत्कार दे, शाह नूं मिलण वास्ते चले सिंह वाल शाही दरबार दे। शाह नूं मिलण वास्ते चले सिंह वाल दिल्ली दरबार दे।
ਵਗਦੀ ਹਵਾ ਨੂੰ ਪਿੱਛੇ ਸੁੱਟਣੇ ਉਹ ਘੋੜੇ ਕਾਬਲੀ ਸਿੰਘਾਂ ਦੇ ਧੂੜਾ ਪੁੱਟਣੇ ਉਹ ਤੇਜ ਵਗਦੀ ਹਵਾ ਨੂੰ ਪਿੱਛੇ ਸੁੱਟਣੇ ਉਹ ਕਾਲੇ ਲੱਖ ਚਿੱਟੇ ਲਾਲ ਦਿਲ ਲੁੱਟਣੇ ਉਹ ਕਾਲੇ ਲੱਖ ਚਿੱਟੇ ਲਾਲ ਦਿਲ ਲੁੱਟਣੇ ਉਹ ਵੇਖ ਹਾਥੀਆਂ ਦੀ ਤੋਰ ਚੜੇ ਮੱਲੋ ਮੱਲੀ ਲੋਰ ਉਹ ਵੇਖ ਹਾਥੀਆਂ ਦੀ ਤੋਰ ਚੜੇ ਮੱਲੋ ਮੱਲੀ ਲੋਕ ਵੇਖ 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 ਸੀਨਿਆਂ ਨੂੰ ਠਾਰ ਦੇ ਸ਼ਾਹ ਨੂੰ ਮਿਲਣ ਵਾਸਤੇ ਚੱਲੇ ਸਿੰਘ ਵੱਲ ਸ਼ਾਹੀ ਦਰਬਾਰ ਦੇ ਸ਼ਾਹ ਨੂੰ ਮਿਲਣ ਵਾਸਤੇ ਚੱਲੇ ਸਿੰਘ ਵੱਲ ਦਿੱਲੀ ਦਰਬਾਰ ਦੇ ਉਹ ਸ਼ਾਹ ਆਲਮ ਨੇ ਕੁਰਸੀ ਤੋਂ ਉੱਠ ਕੇ ਜੱਥੇਦਾਰ ਨਾ ਦਸਤ ਪੰਜਾ ਸੁੱਟ ਕੇ ਉਹ ਸ਼ਾਹ ਆਲਮ ਨੇ ਕੁਰਸੀ ਤੋਂ ਉੱਠ ਕੇ ਜੱਥੇਦਾਰ ਨਾ ਦਸਤ ਪੰਜਾ ਸੁੱਟ ਕੇ ਉਹ ਲੈ ਲਿਆ ਸੀ ਕਲਾਵੇ ਵਿੱਚ ਘੁੱਟ ਕੇ ਅਸੀਂ ਕਲਾਵੇ ਵਿੱਚ ਘੁੱਟ ਕੇ ਉਹ ਜਥੇਦਾਰ ਨੇ ਖਲੋ ਕੇ ਸਾਵੇਂ ਸਾਰਿਆਂ ਦੇ ਹੋ ਗਏ ਉਹ ਜਥੇਦਾਰ ਨੇ ਖਲੋ ਕੇ ਸਾਵੇਂ ਸਾਰਿਆਂ ਦੇ ਹੋ ਗਏ ਫਤਿਹ ਗੱਜ ਕੇ ਬੁਲਾਈ ਨਾਲ ਪਿਆਰ ਦੇ ਸ਼ਾਹ ਨੂੰ ਮਿਲਣ ਵਾਸਤੇ ਚੱਲੇ ਸਿੰਘ ਵੱਲ ਸ਼ਾਹੀ ਦਰਬਾਰ ਦੇ ਸ਼ਾਹ ਨੂੰ ਮਿਲਣ ਵਾਸਤੇ ਚੱਲੇ ਸਿੰਘ ਵੱਲ ਦਿੱਲੀ ਦਰਬਾਰ ਦੇ ਉਹ ਸਦਾ ਉਹਨਾਂ ਤਾਈਂ ਲੋਕ ਵਡਿਆਉਂਦੇ ਉਹ ਜ਼ਿੰਦਗੀ ਦੇ ਨਾਲ ਨਹੀਂ ਜੋ ਪਾਉਂਦੇ ਉਹ ਸਦਾ ਉਹਨਾਂ ਤਾਈਂ ਲੋਕ ਵਡਿਆਉਂਦੇ ਉਹ ਜ਼ਿੰਦਗੀ ਦੇ ਨਾਲ ਨਹੀਂ ਜੋ ਪਾਉਂਦੇ ਉਹ ਜ਼ਿੰਦਗੀ ਦੇ ਨਾਲ ਨਹੀਂ ਜੋ ਪਾਉਂਦੇ ਬੋਲ ਕੱਢ ਕੇ ਜ਼ਬਾਨ ਚੁੱਪ ਗਾਉਂਦੇ ਕੱਢ ਕੇ ਜ਼ਬਾਨ ਚੁੱਪ ਗਾਉਂਦੇ ਬੋਲ ਕੱਢ ਕੇ ਜ਼ੁਬਾਨ ਚੁੱਪ ਗਾਉਂਦੇ ਉਹ ਚੰਨ ਪਾਰਸ ਸੁਣਾਵੇ ਕਦੇ ਸੱਚ ਨਾ ਲੁਕਾਵੇ ਉਹ ਚੰਨ ਪਾਰਸ ਸੁਣਾਵੇ ਕਦੇ ਸੱਚ ਨਾ ਲੁਕਾਵੇ ਸ਼ੇਰ ਮਰਦ ਨਾ ਹਿੰਮਤ ਕਦੇ ਹਾਰ ਦੇ ਸ਼ਾਹ ਨੂੰ ਮਿਲਣ ਵਾਸਤੇ ਚੱਲੇ ਸਿੰਘ ਵੱਲ ਸ਼ਾਹੀ ਦਰਬਾਰ ਦੇ ਸ਼ਾਹ ਨੂੰ ਮਿਲਣ ਵਾਸਤੇ ਚੱਲੇ ਸਿੰਘ ਵੱਲ ਸ਼ਾਹੀ ਦਰਬਾਰ ਦੇ ਸ਼ਾਹ ਨੂੰ ਮਿਲਣ ਵਾਸਤੇ ਚੱਲੇ ਸਿੰਘ ਵੱਲ ਸ਼ਾਹੀ ਦਰਬਾਰ ਦੇ ਅੱਗੇ ਅੱਗੇ ਸੀ ਨਕੀਬ ਕਹਿੰਦਾ ਜਾ ਰਿਹਾ ਉਹ ਖੜੇ ਲੋਕਾਂ ਤਾਈਂ ਇੰਜ ਸਮਝਾ ਰਿਹਾ ਸਿੰਘਾਂ ਸੂਰਿਆਂ ਦਾ ਜਥੇਦਾਰ ਆ ਰਿਹਾ ਕਹਿੰਦਾ ਲੋਕੋ ਪਾਸੇ ਹੋ ਜਾਓ ਆਹ ਸਿੰਘ ਸੂਰਮੇ ਆ ਰਹੇ ਘੋੜਿਆਂ ਤੇ ਸਵਾਰ ਹਾਥੀਆਂ ਤੇ ਸਵਾਰ ਅੱਜ ਕੌਮ ਦਾ ਜਥੇਦਾਰ ਬਾਬਾ ਬਘੇਲ ਸਿੰਘ ਸਾਹਿਬ ਜੀ ਆ ਰਿਹਾ ਸਾਹਮਣੇ ਪਹੁੰਚਿਆ ਕਿਲੇ ਵਿੱਚ ਤੇ ਸਿੱਖ ਸਰਦਾਰਾਂ ਨੂੰ ਵੇਖ ਕੇ ਦਰਵਾਜ਼ੇ ਉੱਤੇ ਆ ਗਿਆ ਸ਼ਾਹ ਆਲਮ ਦਿੱਲੀ ਦਾ ਬਾਦਸ਼ਾਹ ਸਿੰਘ ਸਰਦਾਰਾਂ ਨੂੰ ਮਿਲਣੀ ਵਿੱਚ ਅੱਗੇ ਹੋ ਕੇ ਬਾਬਾ ਬਘੇਲ ਸਿੰਘ ਜੀ ਦੇ ਨਾਲ ਹੱਥ ਮਿਲਾਉਂਦਿਆਂ ਹੋਇਆ ਉਹ ਦਸਤ ਪੰਜਾ ਲਿਆ ਸਿੱਖ ਸਰਦਾਰ ਜੀ ਨੇ ਹੱਥ ਮਿਲਾਇਆ ਬਾਦਸ਼ਾਹ ਨੇ ਕਲਾਵੇ ਵਿੱਚ ਲਿਆ ਬਾਬਾ ਬਘੇਲ ਸਿੰਘ ਸਾਹਿਬ ਜੀ ਨੂੰ ਬਾਬੇ ਨੇ ਵੀ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਇਹ ਗੁਰੂ ਨਾਨਕ ਦਾ ਘਰ ਹੈ ਜੇ ਕੋਈ ਆਖੇ ਪਿਆਰ ਦੀ ਗੱਲ ਤੇ ਪਿਆਰ ਵੀ ਅਸੀਂ ਦੂਣਾ ਕਰਕੇ ਮੋੜਦੇ ਆ ਚੌਣਾ ਕਰਕੇ ਮੋੜਦੇ ਆ ਤੇ ਜੇ ਕੋਈ ਸਾਡੇ ਸਿਰ ਭਾਜੀ ਚਾਰੇ ਤੇ ਅਸੀਂ ਫਿਰ ਕੱਤੀਆਂ ਦਾ 41 ਕਰਕੇ ਵੀ ਮੋੜਦੇ ਆ ਇਹ ਵੀ ਚੇਤੇ ਰੱਖਿਓ ਖਾਲਸਾ ਜੀ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ ਹੀ ਇਹੋ ਜੇ ਕੋਈ ਨਿਵੀਆਂ ਨਵਾਣਾ ਨਤਾਣਾ ਹੋ ਕੇ ਆਵੇ ਉਹਨੂੰ ਪਿਆਰ ਦਿੱਤਾ ਜਾਂਦਾ ਉਹਨੂੰ ਸਤਿਕਾਰ ਦਿੱਤਾ ਜਾਂਦਾ ਅੱਜ 13 ਮਾਰਚ ਹੈ 13 ਮਾਰਚ ਅੱਜ 13 ਮਾਰਚ ਹੈ ਤੇ ਅੱਜ ਦੇ ਦਿਨ ਲੰਡਨ ਦੀ ਧਰਤੀ ਵਿੱਚ ਇੰਗਲੈਂਡ ਵਿੱਚ ਸਰਦਾਰ ਊਧਮ ਸਿੰਘ ਨੇ ਗੋਰੇ ਦੀ ਛਾਤੀ ਵਿੱਚ 3 ਗੋਲੀਆਂ ਠੋਕੀਆਂ ਸਨ
ਉਹ ਪੰਜਾਬੀ ਸਰਦਾਰ ਨੇ ਬਦਲਾ ਲੰਡਨ ਵਿੱਚ ਇੰਗਲੈਂਡ ਵਿੱਚ ਜਾ ਕੇ ਵੀ ਲੈ ਲਿਆ। ਇਹ ਸਾਡੇ ਸੁਭਾਅ ਵਿੱਚ ਰਲਿਆ ਹੋਇਆ। ਜੇ ਕੋਈ ਆਵੇ ਨੀਵਾਂ ਨਿਮਾਣਾ ਨਤਾਣਾ ਹੋ ਕੇ ਅਸੀਂ ਗਲੇ ਨਾਲ ਲਾਉਨੇ, ਉਹਨੂੰ ਪਿਆਰ ਦਿੰਦੇ ਆ, ਉਹਨੂੰ ਸਤਿਕਾਰ ਦਿੰਦੇ ਆ। ਅੱਜ ਬਾਦਸ਼ਾਹ ਬਾਬਾ ਬਘੇਲ ਸਿੰਘ ਸਾਹਿਬ ਜੀ ਨੂੰ ਗਲੇ ਨਾਲ ਲਾ ਕੇ ਆ ਬਾਬਾ ਬਘੇਲ ਸਿੰਘ ਸਾਹਿਬ ਜੀ ਨੇ ਵੀ ਘੁੱਟ ਕੇ ਸੀਨੇ ਨਾਲ ਲਾਇਆ। ਦੋਵੇਂ ਮਿਲੇ, ਇੱਕ ਕੌਮ ਦਾ ਜਥੇਦਾਰ ਤੇ ਦੂਜਾ ਦਿੱਲੀ ਦਾ ਬਾਦਸ਼ਾਹ ਬਹਿ ਗਏ ਤੇ ਫਿਰ ਵਿਚਾਰਾਂ ਹੋਈਆਂ। ਬਾਦਸ਼ਾਹ ਸ਼ਾਹ ਆਲਮ ਕਹਿੰਦਾ ਸਿੰਘੋ ਜੋ ਚਾਹੁੰਦੇ ਹੋ ਉਹ ਦਿੱਲੀ ਕਰਨ ਵਾਸਤੇ ਤਿਆਰ ਹੈ। ਇੱਕ ਤੇ ਲਓ ਤੁਹਾਡੇ ਸਾਹਮਣੇ ਆ 1.25 ਲੱਖ ਰੁਪਈਆ ਨਜ਼ਰਾਨਾ ਰੱਖਦੇ ਆ ਭੇਟਾ, ਆ ਲਓ 1.25 ਲੱਖ ਰੁਪਈਆ ਨਜ਼ਰਾਨਾ। ਦੂਜਾ ਐਲਾਨ ਇਹ ਕਰਦੇ ਆ ਭਈ ਤੁਹਾਨੂੰ ਅਸੀਂ ਤੁਆਨ ਤਾਰਿਆ ਕਰਾਂਗੇ ਸਾਲ ਦਾ, ਹਰ ਸਾਲ ਉਹ ਵੀ ਤੁਹਾਨੂੰ 1.25 ਲੱਖ ਰੁਪਈਆ ਦਿੱਲੀ ਆਪਣੇ ਵੱਲੋਂ ਤੁਆਨ ਦਿਆ ਕਰੇਗੀ। ਤੇ ਤੀਜੀ ਗੱਲ ਇਹ ਭਈ 5000 ਸਿੰਘਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਦਿੱਲੀ ਵਿੱਚ ਰਹਿਣ, ਬਾਕੀ ਰੱਬ ਦਾ ਵਾਸਤਾ ਚਲੇ ਜਾਓ, ਸਾਨੂੰ ਡਰ ਲੱਗਦਾ ਤੁਹਾਡੇ ਤੋਂ। ਜਦੋਂ ਇਹ ਗੱਲ ਆਖੀ ਨਾ ਤੇ ਬਾਬਾ ਬਘੇਲ ਸਿੰਘ ਕਹਿੰਦਾ ਡਰਨ ਦੀ ਲੋੜ ਨਹੀਂ, ਉਹ ਬਾਦਸ਼ਾਹ ਇਹ ਅਸੀਂ ਇੱਥੇ ਆਪਣੇ ਗੁਰਧਾਮ ਬਣਾਉਣੇ ਆ ਤੇ 5000 ਗੁਰੂ ਕਾ ਖਾਲਸਾ ਦਿਨੇ ਰਾਤ ਦਿੱਲੀ ਵਿੱਚ ਰਹਿ ਕੇ ਆਪਣੇ ਗੁਰਦੁਆਰਿਆਂ ਦੀ ਸੇਵਾ ਕਰੇਗਾ, ਬਾਕੀ ਸਾਨੂੰ ਵੀ ਬੜੇ ਕੰਮ ਹੈ, ਅਸੀਂ ਵਾਪਸ ਚਲੇ ਜਾਣਾ। ਸਿੰਘ ਸਰਦਾਰ 5000 ਦਿੱਲੀ ਵਿੱਚ ਰਹੇ। ਗੁਰਦੁਆਰਾ ਰਕਾਬਗੰਜ, ਸੀਸਗੰਜ, ਬੰਗਲਾ ਸਾਹਿਬ, ਮੋਤੀ ਕਾ ਬਾਗ, ਉਹ ਸਾਰੇ ਪਵਿੱਤਰ ਸਥਾਨ ਜਿੱਥੇ ਜਿੱਥੇ ਵੀ ਸਤਿਗੁਰਾਂ ਦੇ ਪਵਿੱਤਰ ਯਾਦਾਂ ਜੁੜੀਆਂ ਸਨ ਉਹਨਾਂ ਦੀਆਂ ਨੀਹਾਂ ਰੱਖੀਆਂ ਗਈਆਂ। ਗੁਰੂ ਕਾ ਖਾਲਸਾ ਸੇਵਾ ਕਰਨ ਲੱਗਾ ਦਿਨੇ ਰਾਤ, ਲੱਭ ਲੱਭ ਕੇ ਨਿਸ਼ਾਨੀਆਂ। ਗੁਰੂ ਸਾਹਿਬ ਦੇ ਪਵਿੱਤਰ ਸਥਾਨ ਬਣਨ ਲੱਗੇ, ਕੇਸਰੀ ਨਿਸ਼ਾਨ ਸਾਹਿਬ ਝੂਲਣ ਲੱਗੇ। ਹਰ ਸਾਲ ਦਿੱਲੀ ਸਿੰਘਾਂ ਅੱਗੇ ਨਜ਼ਰਾਨੇ ਰੱਖ ਕੇ ਗੋਡੇ ਟੇਕਦੀ ਰਹੀ ਤੇ ਗੁਰੂ ਕਾ ਖਾਲਸਾ ਉੱਥੇ ਨਿਸ਼ਾਨ ਸਾਹਿਬ ਚਲਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਉਹਨਾਂ ਦੀਆਂ ਪਵਿੱਤਰ ਯਾਦਗਾਰਾਂ ਕਾਇਮ ਕਰਕੇ ਅਕਾਲ ਅਕਾਲ ਦੇ ਜਕਾਰੇ ਲਾਉਂਦਾ ਰਿਹਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਦਿੱਲੀ ਫਤਿਹ ਕੀਤੀ। ਮਿੰਟ ਆਪਣੇ ਕੋਲ ਰਹਿ ਗਏ ਸਿਰਫ 5 ਤੇ ਕਵਿਤਾ ਸੁਣਾਉਣੀ ਹੈ ਕਿਰਸਾਨੀ ਮੋਰਚੇ ਦੇ ਹੱਕ ਵਿੱਚ। ਕਵਿਤਾ ਸੁਣਾਉਣੀ ਇਸੇ ਗੱਲ ਨਾਲ ਢੁੱਕਦੀ ਨਹੀਂ ਪ੍ਰਵਾਨ ਗੁਲਾਮੀ ਜੀ ਸਰਦਾਰ ਖਾਲਸੇ ਨੂੰ, ਫਿਰ ਅੱਕ ਕੇ ਚੁੱਕਣੇ ਪੈਂਦੇ ਨੇ ਹਥਿਆਰ ਖਾਲਸੇ ਨੂੰ। ਕਿਉਂ ਚੁੱਕਣੇ ਪੈਂਦੇ ਆ? ਚਿੱਤ ਨਹੀਂ ਕਰਦਾ ਲੜਾਈ ਵਿੱਚ ਕਿਸੇ ਦਾ ਫਾਇਦਾ ਨਹੀਂ ਹੁੰਦਾ, ਲੜਾਈ ਵਿੱਚ ਨੁਕਸਾਨ ਹੁੰਦਾ। ਲੜਾਈ ਵਿੱਚੋਂ ਕਿਸੇ ਨੇ ਕੁਝ ਕੱਢਿਆ ਨਹੀਂ, ਹਮੇਸ਼ਾ ਕੌਮਾਂ ਦਾ ਸਰਵਨਾਸ਼ ਹੁੰਦਾ ਹੈ। ਪਰ ਜਦੋਂ ਸਾਰੇ ਹਿੱਲਿਆਂ ਤੋਂ ਗੱਲ ਲੰਘ ਜਾਵੇ, ਜਦੋਂ ਸਿਰ ਤੋਂ ਪਾਣੀ ਲੰਘ ਜਾਵੇ, ਫਿਰ ਗੁਰੂ ਕਾ ਖਾਲਸਾ ਹਥਿਆਰ ਉਠਾਉਂਦਾ, ਹਥਿਆਰ ਤੇ ਚੜ੍ਹਦੀ ਕਲਾ ਦੇ ਨਾਲ ਆਪਣੇ ਹੱਕ ਲੈਂਦਾ, ਜਾਂ ਤੇ ਸ਼ਹੀਦੀ ਦਿੰਦਾ ਤੇ ਜੇ ਫਿਰ ਜਾਂ ਜਿੱਤ ਪ੍ਰਾਪਤ ਕਰਦਾ। ਗੱਲਾਂ ਦੋ ਹੀ ਹੈ। ਮੇਰੇ ਕਲਗੀਧਰ ਪਾਤਸ਼ਾਹ ਮੇਰਾ ਸਾਜਿਆ ਨਵਾਜਿਆ ਹੋਇਆ ਗੁਰੂ ਕਾ ਖਾਲਸਾ, ਉਹਨਾਂ ਦਿੱਲੀ ਦੀ ਧਰਤੀ ਅੰਦਰ ਗੁਰਧਾਮ ਕੀਤੇ ਕਾਇਮ। ਉਹਨਾਂ ਗੁਰਧਾਮਾਂ ਉੱਤੇ ਅੱਜ ਮਹਾਨ ਸੇਵਾਵਾਂ ਕਾਰ ਸੇਵਾ ਵਾਲੇ ਮਹਾਂਪੁਰਖ ਕਰਵਾ ਰਿਹਾ, ਵੱਡੀਆਂ ਵੱਡੀਆਂ ਸੇਵਾਵਾਂ ਕਰਦੇ ਸੀ ਝੁਕਦਾ। ਆਓ ਤੱਕੀਏ ਬਾਬਾ ਬਘੇਲ ਸਿੰਘ ਨੇ ਅਣਖ ਨਾਲ ਜਿਉ ਕੇ, ਗੈਰਤ ਨਾਲ ਜੀ ਕੇ ਗੁਰਧਾਮਾਂ ਦੀ ਸੇਵਾ ਕੀਤੀ, ਗੁਲਾਮੀ ਪ੍ਰਵਾਨ ਨਹੀਂ ਕੀਤੀ। ਉਹਨਾਂ ਨੇ ਆਜ਼ਾਦੀ ਮੰਗੀ ਤੇ ਆਜ਼ਾਦੀ ਲੈ ਕੇ ਫਿਰ ਪਛਾਣ ਹਟੇ। ਊਧਮ ਸਿੰਘ ਵਰਗੇ ਸੂਰਮੇ ਅੱਜ ਦੇ ਦਿਨ ਲੱਖਾਂ ਨਿਰਦੋਸ਼ ਬੰਦਿਆਂ ਦੇ ਜਲਿਆਂਵਾਲੇ ਬਾਗ ਦਾ ਬਦਲਾ ਲੰਡਨ ਦੀ ਧਰਤੀ ਵਿੱਚ ਜਨਰਲ ਡਾਇਰ ਨੂੰ ਮਾਰ ਕੇ ਉਹਨੇ ਛਾਤੀਆਂ ਠਾਰ ਦਿੱਤੀਆਂ। ਹਜ਼ਾਰਾਂ ਲੋਕਾਂ, ਲੱਖਾਂ ਲੋਕਾਂ ਦੀਆਂ ਜਿਹੜੇ ਲੋਕ ਵਿਚਾਰੇ ਉਹਨਾਂ ਜ਼ਾਲਮਾਂ ਦੇ ਤਸ਼ੱਦਦ ਦੇ ਸ਼ਿਕਾਰ ਹੋ ਚੁੱਕੇ ਸਨ। ਅੱਜ ਵੀ ਬੈਠਾ ਗੁਰੂ ਕਾ ਖਾਲਸਾ ਆਪਣੇ ਹੱਕ ਲੈਣ ਵਾਸਤੇ ਇਹ ਸਦਾ ਜੂਝਦਾ ਰਿਹਾ, ਜੂਝਦਾ ਰਹੇਗਾ। ਆਪਣੇ ਹੱਕ ਲੈਣ ਵਾਸਤੇ ਹਥਿਆਰ ਉਠਾਉਂਦਾ ਰਹਿੰਦਾ। ਇਹ ਕਿਸੇ ਦੀ ਗੁਲਾਮੀ ਪ੍ਰਵਾਨ ਨਹੀਂ ਕਹਿੰਦਾ, ਹਮੇਸ਼ਾ ਆਜ਼ਾਦ ਰਿਹਾ ਤੇ ਆਜ਼ਾਦ ਰਹੇਗਾ। ਸਾਥੀਆਂ ਨੂੰ ਬੇਨਤੀ ਕਰਾਂਗਾ 5 ਮਿੰਟ ਦੀ ਕਵਿਤਾ ਹੈ, 2:20 ਤੱਕ ਹੁਕਮ ਸੀ ਤੁਹਾਡੇ ਦਰਸ਼ਨ ਕਰਨ ਲਈ। 2:15 ਹੋ ਚੁੱਕੇ ਆ। 5 ਮਿੰਟ ਵਿੱਚ ਕਵਿਤਾ ਕਹਿ ਕੇ ਤੁਹਾਤੋਂ ਖਿਮਾ ਮੰਗੀਏ। ਆਓ ਬੜੇ ਪਿਆਰ ਨਾਲ ਸਰਵਣ ਕਰੋ। ਨਹੀਂ ਪ੍ਰਵਾਨ ਗੁਲਾਮੀ ਜੀ। ਆ ਇੱਕ ਸ੍ਰੀ ਸਾਹਿਬ ਡਿੱਗੀ ਆ ਪਈ ਲੰਗਰ ਹਾਲ ਵਿੱਚ। ਜੇ ਤੇ ਕਿਸੇ ਵੀਰ ਦੀ ਜਾਂ ਭੈਣ ਦੀ ਸ੍ਰੀ ਸਾਹਿਬ ਡਿੱਗੀ ਆ ਤੇ ਸਟੇਜ ਤੋਂ ਪ੍ਰਾਪਤ ਕਰ ਲਿਓ। ਮਹਾਰਾਜ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਇੱਕ ਉਹ ਪਰਸ ਪਿਆ ਅਜੇ ਤੱਕ ਆਇਆ ਨਹੀਂ ਕੋਈ
ਜੇ ਤੇ 4 ਪੈਸੇ ਹੁੰਦੇ ਤੇ ਆ ਜਾਣਾ ਸੀ, ਮੇਰਾ ਖਿਆਲ ਖਾਲੀ ਹੋਣਾ ਵਿੱਚ ਕਸ਼ਹਿਰਾ ਹੋਣਾ ਤੇ ਤਾਂਹੀਓ ਅਸੀਂ ਸੋਚ ਲੈਂਦੇ ਚਲੋ ਨਵਾਂ ਲੈ ਲਾਂਗੇ। ਮਹਾਰਾਜ ਕਰੇ ਕਿਰਪਾ, ਜਿਹੜੀ ਚੀਜ਼ ਲਿਆਉਂਦੇ ਦਾ ਧਿਆਨ ਰੱਖਿਆ ਕਰੋ, ਜਿਹੜੀ ਚੀਜ਼ ਲੈ ਕੇ ਆਉਂਦੇ ਦਾ ਧਿਆਨ ਰੱਖਿਆ ਕਰੋ। ਗੁਰਦੁਆਰਾ ਸਾਹਿਬ ਵਿੱਚੋਂ ਆਣ ਕੇ ਖੁਸ਼ੀਆਂ ਲੈ ਕੇ ਜਾਣੀਆਂ ਚਾਹੀਦੀਆਂ, ਕਈ ਇੱਥੇ ਗਵਾ ਕੇ ਚਲੇ ਜਾਂਦੇ, ਭਾਵੇਂ ਸ੍ਰੀ ਸਾਹਿਬ ਹੀ ਆ, ਹੈ ਤੇ ਨੁਕਸਾਨ ਹੀ ਆ। ਧਿਆਨ ਰੱਖਿਆ ਕਰੋ ਆਪੋ ਆਪਣਾ। ਜਿਹੜੇ ਕਿਸੇ ਵੀਰ ਜਾਂ ਭੈਣ ਦੀ ਇਹ ਸ੍ਰੀ ਸਾਹਿਬ ਕਿਰਪਾਨ ਡਿੱਗ ਪਈ ਹੋਵੇ, ਉਹ ਆਪੋ ਆਪਣਾ ਧਿਆਨ ਰੱਖਿਆ ਕਰੋ। ਆਓ ਸਟੇਜ ਉੱਤੋਂ ਪ੍ਰਾਪਤ ਕਰ ਲਿਓ। ਸੁਣੀਏ ਨਹੀਂ ਪ੍ਰਵਾਨ ਗੁਲਾਮੀ ਜੀ, ਸਰਦਾਰ ਖਾਲਸੇ ਨੂੰ ਫਿਰ ਹੱਕ ਕੇ ਚੁੱਕਣੇ ਪੈਂਦੇ ਨੇ ਹਥਿਆਰ ਖਾਲਸੇ ਨੂੰ।
ਖਾਲਸੇ ਨੂੰ ਆਖਰ ਝੁਕਣੇ ਪੈਂਦੇ ਨੇ ਹਥਿਆਰ ਖਾਲਸੇ ਨੂੰ ਹੋ ਕਰਕੇ ਜ਼ੁਲਮ ਕੌਮ ਤੇ ਉਹ ਸਤਵਾਦੀ ਰਹਿੰਦੇ ਨੇ ਕਰਕੇ ਜ਼ੁਲਮ ਕੌਮ ਤੇ ਉਹ ਸਤਵਾਦੀ ਰਹਿੰਦੇ ਨੇ ਜੇ ਕਿਧਰੇ ਹੱਕ ਮੰਗੀਏ ਤਾਂ ਅੱਤਵਾਦੀ ਕਹਿੰਦੇ ਨੇ ਜੇ ਕਿਧਰੇ ਹੱਕ ਮੰਗੀਏ ਤਾਂ ਅੱਤਵਾਦੀ ਕਹਿੰਦੇ ਨੇ ਹੱਕ ਕੋਈ ਨਾ ਦੇਵੇ ਜੀ ਹੱਕਦਾਰ ਖਾਲਸੇ ਨੂੰ ਹੱਕ ਕੋਈ ਨਾ ਦੇਵੇ ਜੀ ਹੱਕਦਾਰ ਖਾਲਸੇ ਨੂੰ ਆਖਰ ਝੁਕਣੇ ਪੈਂਦੇ ਨੇ ਹਥਿਆਰ ਖਾਲਸੇ ਨੂੰ ਆਖਰ ਝੁਕਣੇ ਪੈਂਦੇ ਨੇ ਹਥਿਆਰ ਖਾਲਸੇ ਨੂੰ ਹੋ ਕਈਆਂ ਦੀ ਪਤ ਰੋਲੀਓ ਹੋ ਕਈਆਂ ਦੀ ਬਦਰੋਲੀ ਬਹੁਤੇ ਦੁੱਖ ਸਾਰੇ ਨੇ ਕਈਆਂ ਦੀ ਬਦਰੋਲੀ ਬਹੁਤੇ ਦੁੱਖ ਸਾਰੇ ਨੇ ਕਈ ਗੜ ਗੱਜ ਬਦੋਸ਼ੇ ਕੱਢ ਘਰਾਂ ਚੋਂ ਮਾਰੇ ਨੇ ਕਈ ਗੜ ਗੱਜ ਬਦੋਸ਼ੇ ਕੱਢ ਘਰਾਂ ਚੋਂ ਮਾਰੇ ਨੇ ਪਾਸ ਲਾਉਣੇ ਆਉਂਦੇ ਸਿਰ ਤੋਂ ਭਾਰ ਖਾਲਸੇ ਨੂੰ ਪਾਰਸ ਲਾਉਣੇ ਆਉਂਦੇ ਸਿਰ ਤੋਂ ਭਾਰ ਖਾਲਸੇ ਨੂੰ ਅੱਗ ਚੁਕਣੇ ਪੈਂਦੇ ਨੇ ਹਥਿਆਰ ਖਾਲਸੇ ਨੂੰ ਆਖਰ ਚੁਕਣੇ ਪੈਂਦੇ ਨੇ ਹਥਿਆਰ ਖਾਲਸੇ ਨੂੰ ਅੱਗ ਚੁਕਣੇ ਪੈਂਦੇ ਨੇ ਹਥਿਆਰ ਖਾਲਸੇ ਨੂੰ ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਕਦਰ ਜ਼ਿੰਦਗੀ ਦੀ ਉਹੀ ਪਾ ਸਕੇ ਔਰ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਉਹ ਭਾਵੇਂ ਅੱਜ ਪੈ ਜੇ ਤੇ ਭਾਵੇਂ ਦੁਸ਼ਮਣ ਦੇਖ ਕੇ ਜੋ ਦਹਾੜਦੇ ਨੇ ਉਹੀ ਸੂਰਮੇ ਬੱਬਰ ਸ਼ੇਰ ਹੁੰਦੇ ਦੇਸ਼ ਕੌਮ ਲਈ ਹੱਸ ਕੇ ਜਾਨ ਦਿੰਦੇ ਉਹ ਪਾਰਸਾ ਮਰਦ ਦਲੇਰ ਹੁੰਦੇ ਉਹਨਾਂ ਦੀ ਗੱਲ ਇੱਥੋਂ ਹੁੰਦੀ ਹੈ ਵਾਹਿਗੁਰੂ ਕਰੇ ਕਿਰਪਾ ਸਾਰੀਆਂ ਸੰਗਤਾਂ ਨੂੰ ਜੀਓ ਆਇਆ ਧੰਨਵਾਦ ਤੁਸੀਂ ਬਹੁਤ ਪਿਆਰ ਦਿੰਦੇ ਹੋ ਜਦੋਂ ਵੀ ਅਸੀਂ ਇਸ ਇਲਾਕੇ ਵਿੱਚ ਆਉਂਦੇ ਹਾਂ ਤੁਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਵੀਰ ਸਾਡੇ ਬਜ਼ੁਰਗ ਮਾਤਾਵਾਂ ਭੈਣਾਂ ਬਹੁਤ ਅਸੀਸਾਂ ਦੇ ਕੇ ਨਵਾਜ਼ਦੇ ਹੋ 26 ਤਰੀਕ ਚੇਤੇ ਰੱਖਿਓ ਆ ਰਹੀ 26 ਤਰੀਕ ਨੂੰ ਨਾਨਕ ਮਤਾ ਸਾਹਿਬ ਜੀ ਦੇ ਲਾਗੇ ਤਪੇੜਾ ਉੱਥੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ ਪ੍ਰਬੰਧਕ ਵੀਰਾਂ ਨੇ ਹੁਕਮ ਲਗਾ ਦਿੱਤਾ ਹੈ ਔਰ ਤੁਹਾਡੇ ਦਰਸ਼ਨ ਦੀਦਾਰੇ ਕਰਨ ਵਾਸਤੇ 26 ਤਰੀਕ ਨੂੰ ਪਹੁੰਚਾਂਗੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਹਾਂ ਭਈ ਤੁਸੀਂ ਦਿਨੇ ਰਾਤ ਪਿਆਰ ਦਿੰਦੇ ਹੋ ਵਰਨਾ ਮੇਰੀ ਕੀ ਔਕਾਤ ਹੈ ਕਿ ਮੈਂ ਕੋਈ ਸੁਣਾ ਸਕਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀੜੇ ਹਮ ਥਾਪੇ ਤੁਸਾਂ ਕੀੜਿਆਂ ਨੂੰ ਪਾਤਸ਼ਾਹੀ ਦਿੱਤੀ ਹੈ ਤੇ ਮੈਂ ਸਮਝਦਾ ਵੀ ਤੁਸੀਂ ਮਹੀਨੇ ਵਿੱਚ 1-2 ਪ੍ਰੋਗਰਾਮ ਯੂਪੀ ਵਿੱਚ ਉੱਤਰਾਖੰਡ ਵਿੱਚ ਬਣਾਉਂਦੇ ਰਹਿੰਦੇ ਹੋ ਸਾਨੂੰ ਪਿਆਰ ਦਿੰਦੇ ਰਹਿੰਦੇ ਹੋ ਹੁਣ 26 ਨੂੰ ਆਵਾਂਗੇ ਤੁਹਾਡੇ ਦਰਸ਼ਨ ਦੀਦਾਰੇ ਕਰਨ ਵਾਸਤੇ ਸੋ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਕੋਸ਼ਿਸ਼ ਇਹ ਕਰਨੀ ਹੈ ਕਿ ਉੱਥੇ ਹਾਜ਼ਰੀ ਤੁਹਾਡੀ ਜ਼ਿਆਦਾ ਹੋਵੇ ਮਹਾਂਪੁਰਖਾਂ ਦਾ ਧੰਨਵਾਦ ਬਾਬਾ ਬਚਨ ਸਿੰਘ ਹੋਰਾਂ ਦਾ ਬਾਬਾ ਚੰਦੂ ਜੀ ਦਾ ਧੰਨਵਾਦ ਬਾਬਾ ਗੁਰਜੰਟ ਸਿੰਘ ਹੋਰਾਂ ਦਾ ਧੰਨਵਾਦ ਸਾਰੇ ਨੌਜਵਾਨ ਵੀਰਾਂ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਬੀਬੀਆਂ ਭੈਣਾਂ ਦਾ ਵੀਰਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬਹਿ ਕੇ ਪਿਆਰ ਨਾਲ ਸੁਣਿਆ ਸਤਿਕਾਰ ਨਾਲ ਨਵਾਜਿਆ ਮਾਇਆ ਦੇ ਕੇ ਗੁਰੂ ਦੇ ਵਜ਼ੀਰਾਂ ਦਾ ਵੀ ਧੰਨਵਾਦ ਸਾਹਮਣੇ ਬੈਠੇ ਲਾਈਵ ਕਰ ਰਹੇ ਮੇਰੇ ਛੋਟੇ ਵੀਰ ਬੱਚਿਆਂ ਵਰਗੇ ਆ
ਸ਼ੇਖਰ, ਮੈਂ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਬਹੁਤ ਵੱਡੀ ਸੇਵਾ ਕਰ ਰਿਹਾ। ਥੋੜੇ ਜਿਹੇ ਪੈਸਿਆਂ ਵਿੱਚ ਕੰਮ ਵੱਡਾ ਕਰਦੇ ਆ। ਭਾਵੇਂ ਕੋਈ ਅਮਰੀਕਾ ਵਿੱਚ ਬੈਠਾ ਸੁਣਦਾ ਹੋਵੇ, ਭਾਵੇਂ ਕੋਈ ਇੰਗਲੈਂਡ ਕੈਨੇਡਾ ਕਿਸੇ ਪੂਰੇ ਯੂਰਪ ਵਿੱਚ ਕਿਤੇ ਵੀ ਬਹਿ ਕੇ ਅੱਜ ਦਾ ਪ੍ਰੋਗਰਾਮ ਵੇਖ ਸਕਦਾ ਹੈ। ਉਹਨਾਂ ਦੀ ਵੀ ਬੜੀ ਵੱਡੀ ਸੇਵਾ ਹੈ। ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਾਂਗਾ, ਵਾਹਿਗੁਰੂ ਕਿਰਪਾ ਕਰਨ ਉਸੇ ਤਰ੍ਹਾਂ ਸੇਵਾ ਕਰਦੇ ਰਹਿਣ। ਸਾਊਂਡ ਵਾਲੇ ਵੀਰ ਦਾ ਵੀ ਧੰਨਵਾਦ। ਆਓ ਅਗਲਾ ਪ੍ਰੋਗਰਾਮ ਮੇਰੇ ਪਿਆਰੇ ਵੀਰ ਗਿਆਨੀ ਹਰਦੀਪ ਸਿੰਘ ਜੀ ਆਪ ਜੀ ਨਾਲ ਸਾਂਝਾ ਕਰਨਗੇ। ਜੋ ਵੀ ਉਹਨਾਂ ਦਾ ਹੁਕਮ ਹੈ ਸਰਵਣ ਕਰੋ। ਸਾਨੂੰ ਦਿਓ ਪਿਆਰ ਦੀਆਂ ਅਸੀਸਾਂ। ਇਸੇ ਤਰ੍ਹਾਂ ਗੁਰੂ ਕੀ ਸੰਗਤ ਦੇ ਚਰਨਾਂ ਵਿੱਚ ਜੁੜਦੇ ਰਹੀਏ, ਕੁਝ ਕਹਿੰਦੇ ਰਹੀਏ। ਬਲਵੀਰ ਸਿੰਘ ਪਾਰਸ, ਪਿੰਡ ਢੱਡੇ, ਚਵਿੰਡਾ ਦੇਵੀ ਕੱਥੂ ਨੰਗਲ ਦੇ ਨਜ਼ਦੀਕ। ਛੋਟਾ ਵੀਰ ਰਣਜੀਤ ਸਿੰਘ, ਅਰਪਣਪ੍ਰੀਤ ਕੌਰ ਤੇ ਕਿਰਨਦੀਪ ਕੌਰ, ਸਾਰੀਆਂ ਸੰਗਤਾਂ ਕੋਲੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਆ। ਸੀਸ ਫੇਰ ਗੁਰੂ ਨੂੰ ਝੁਕਾ ਦਿਓ ਤੇ ਫਤਿਹ ਗੱਜ ਕੇ ਬੁਲਾ ਦਿਓ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ।